ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਬਬੇਗਸਰ ਸਾਹਿਬ ਜੀ ਵਿਖੇ ਮੇਰੀ ਪੀਰੀ ਦਿਵਸ ਮਨਾਉਣ ਵਾਸਤੇ ਜੁੜ ਬੈਠੇ ਹੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਪਾਵਨ ਪਵਿੱਤਰ ਦਿਹਾੜਾ 9 ਜੁਲਾਈ ਨੂੰ ਆ ਰਿਹਾ ਹੈ। ਇਸੇ ਹੀ ਸੰਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸੇਵਕ ਜਥਾ ਇਸ਼ਨਾਨ ਦੇ ਪ੍ਰੇਮੀਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ 2 ਤਰੀਕ ਤੋਂ ਪ੍ਰਾਰੰਭ ਹੋਈ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਤੋਂ ਉਪਰੰਤ 5 ਸਿੱਖ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਬਾਬਾ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰਾਂ ਦੀ ਸ਼ਹੀਦੀ ਦਾ ਸਾਰਾ ਪ੍ਰਸੰਗ ਸੁਣਾਉਣਾ ਕੀਤਾ ਅਤੇ ਨਾਲ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਰਸਾਇਆ ਕਿ ਸਤਿਗੁਰੂ ਸ਼ਹੀਦੀ ਤੋਂ ਪਹਿਲਾਂ ਇਹ ਬਚਨ ਕਰਕੇ ਗਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਉਂ ਸਰਕਾਰ ਨੇ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਾ ਰੱਖੀਆਂ ਨੇ, ਆਪਾਂ ਸਰਕਾਰ ਦੀਆਂ ਇਹ ਪਾਬੰਦੀਆਂ ਤੋੜਨੀਆਂ ਨੇ। ਔਰ ਸਰਕਾਰ ਨੇ ਕਿਹਾ ਕੋਈ ਥੜਾ ਨਹੀਂ ਬਣਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਉਂ ਕਿ ਉਹ ਤਖਤ ਦੀ ਰਚਨਾ ਕਰਨ, ਤਖਤ ਤੇ ਸੁਭਾਏਮਾਨ ਹੋ ਕੇ ਔਰ ਇੱਕ ਦੀ ਤਾਂ 2 ਤਲਵਾਰਾਂ ਧਾਰਨ ਕਰਨ ਅਤੇ ਗੁਰਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਨ। ਸੰਗਤ ਜੀ, ਅਗਲੇ ਇਤਿਹਾਸ ਵਿੱਚ ਜੋ ਕੱਲ ਵਿਚਾਰਿਆ ਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁਖ ਖਲੋ ਕੇ ਅਰਦਾਸ ਕਰਕੇ ਇਹ ਪ੍ਰਣ ਕੀਤਾ ਸੀ, ਮਹਾਰਾਜ ਮੈਨੂੰ ਉਦਮ ਬਲ ਬਖਸ਼ਿਸ਼ ਕਰਿਓ ਤਾਂ ਕਿ ਮੈਂ ਇਹਨਾਂ ਦੁਸ਼ਟਾਂ ਦਾ ਨਾਸ ਕਰ ਸਕਾਂ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਮਿੱਤ, ਜਿਹਨੂੰ ਆਪਾਂ ਅੰਤਮ ਸੰਸਕਾਰ ਕਹਿੰਦੇ ਹਾਂ,
ਅੰਤਮ ਸੰਸਕਾਰ ਪੂਰਾ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨਾਲ ਵਿਚਾਰ ਕਰਕੇ ਤੇ ਸੰਗਤ ਜੀ ਕੋਠਾ ਸਾਹਿਬ ਜੀ ਵਿਖੇ, ਉਦੋਂ ਅਜੇ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਨਹੀਂ ਸੀ ਹੋਈ, ਉਦੋਂ ਹਜ਼ੂਰ ਨੇ ਕੋਠਾ ਸਾਹਿਬ ਤਿਆਰ ਕੀਤਾ ਸੀ ਤੇ ਕਦੇ ਕਦੇ ਆਪ ਜੀ ਕੋਠਾ ਸਾਹਿਬ ਵਿੱਚ ਰਾਤ ਨੂੰ ਬਰਾਜਿਆ ਕਰਦੇ ਸਨ। ਪਰ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕੋਠਾ ਸਾਹਿਬ ਜੀ ਵਿਖੇ ਹੋਇਆ ਤੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਗ ਥੱਲੇ ਕਦੇ ਕਦੇ ਬਿਰਾਜਮਾਨ ਹੋਇਆ ਕਰਦੇ ਸਨ। ਉਹ ਨਿਸ਼ਾਨੀ ਅੱਜ ਵੀ ਕੋਠਾ ਸਾਹਿਬ ਜੀ ਦੇ ਅੰਦਰ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਲੰਗ ਡੱਠਾ ਹੋਇਆ ਹੈ, ਉਹਦੇ ਥੱਲੇ ਚਿੱਟੀ ਚਾਦਰ ਵਿਛਦੀ ਹੈ ਸੰਗਤ ਜੀ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕੀਤਾ ਹੈ। ਇਹ ਸਾਰੀ ਵਿਚਾਰ ਇਸ ਧਿਆਨ ਵਿੱਚ ਆਵੇਗੀ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਖਡੂਰ ਪਹੁੰਚਾਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ ਨੂੰ ਸੁਨੇਹਾ ਭੇਜ ਕੇ ਪੁਨ ਪਠ ਗੋਇੰਦਵਾਲ ਅਤੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ ਨੂੰ ਗੋਇੰਦਵਾਲ ਸਾਹਿਬ ਜੀ ਵਿਖੇ ਸੁਨੇਹਾ ਭੇਜਿਆ। ਮੋਡਲੇ ਸੁਨ ਕਰ ਆਏ। ਫਿਰ ਹਜ਼ੂਰ ਨੇ ਆਪਣੇ ਨਾਨਕੇ ਪਿੰਡ ਮਾਓ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਕੇ ਨੇ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ ਗੰਗਾ ਜੀ ਦੇ ਨਾਲ ਮਾਓ ਸਾਹਿਬ ਹੋਇਆ ਸੀ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਾ ਜੀ ਬਾਬਾ ਕ੍ਰਿਸ਼ਨ ਚੰਦ ਜੀ ਤੇ ਨਾਨੀ ਮਾਤਾ ਧਨਵੰਤੀ ਜੀ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਨਾਨਕੇ ਪਿੰਡ ਵੀ ਸੁਨੇਹਾ ਭੇਜਿਆ ਤੇ ਸਤਿਗੁਰੂ ਜੀ ਨੇ ਆਪਣੇ ਸਹੁਰੇ ਪਿੰਡ ਵੀ ਡੱਲੇ ਨਗਰ, ਉੱਥੇ ਵੀ ਸੁਨੇਹਾ ਭੇਜਣਾ ਕੀਤਾ। ਧਾਰਤ ਸ਼ੋਕ ਵਿਸਾਲ। ਸੋ ਕਹਿੰਦੇ ਨੇ ਇਉਂ ਸਤਿਗੁਰੂ ਜੀ ਨੇ ਵੱਖ-ਵੱਖ ਨਗਰਾਂ ਵਿੱਚ ਸੁਨੇਹੇ ਭੇਜੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਉਪਰੰਤ ਤੇ ਇਹ ਸਾਰੇ ਪਰਿਵਾਰ ਸੁਣ ਕਰਕੇ ਬਹੁਤ ਭਾਰੀ ਦੁੱਖ ਦੇ ਸਹਿਤ ਆਏ ਹਨ। ਚਾਉ ਪਈ ਨਰ ਨਾਰੀ ਚੜ ਚੜ ਅਸਵਾਰੀ। ਮਨੁੱਖ ਅਤੇ ਔਰਤਾਂ ਅਸਵਾਰੀਆਂ ਤੇ ਚੜ ਚੜ ਕੇ ਆਏ। ਆਏ ਸੁਦਾਸਰ ਕੀਰ ਮਝਾਰੀ। ਸੁਦਾਸਰ ਨਾਮ ਅੰਮ੍ਰਿਤਸਰ ਸਾਹਿਬ ਦਾ ਹੈ ਸੰਗਤ ਜੀ। ਇਹਨੂੰ ਸੁਦਾਸਰ ਵੀ ਕਹਿੰਦੇ ਨੇ। ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ, ਸਰ ਕਹਿੰਦੇ ਨੇ ਸਰੋਵਰ ਨੂੰ। ਔਰ ਕੁਝ ਵਿਦਵਾਨਾਂ ਦੀ ਵਿਚਾਰ ਹੈ ਕਿ ਪਾਵਨ ਅੰਮ੍ਰਿਤ ਸਰੋਵਰ ਤੋਂ ਹੀ ਇਸ ਸ਼ਹਿਰ ਦਾ ਨਾਮ ਜਿਹੜਾ ਅੰਮ੍ਰਿਤਸਰ ਪਿਆ ਹੈ। ਪਰ ਇਸ ਸ਼ਹਿਰ ਦਾ ਨਾਮ ਭਾਵੇਂ ਗੁਰਬਾਣੀ ਵਿੱਚ ਵੀ ਰਾਮਦਾਸਪੁਰ ਜਾਂ ਅੰਮ੍ਰਿਤਸਰ ਵੀ ਆਇਆ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਅੰਮ੍ਰਿਤਸਰ ਸਿਫਤੀ ਦਾ ਘਰ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੂਜਰੀ ਰਾਗ ਵਿੱਚ ਜ਼ਿਕਰ ਕੀਤਾ ਹੈ, ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੋਏ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੋਏ। ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਜੀ ਨੇ ਵੀ ਇਸ ਸ਼ਹਿਰ ਦਾ ਨਾਮ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ। ਇਸ ਤਰੀਕੇ ਸਾਰਿਆਂ ਨਗਰਾਂ ਤੋਂ ਮਨੁੱਖ ਬੀਬੀਆਂ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਏ। ਉਰੋਦਤ ਪਹੁੰਚੇ ਕੂਕ ਪੁਕਾਰੈ। ਸੰਗਤ ਜੀ, ਇਹ ਸਾਰੇ ਹੀ ਸ਼ੋਕ ਦੇ ਸਹਿਤ ਪਹੁੰਚੇ ਨੇ ਨੋ ਹਾਥ ਸੀਸ ਪਰ ਮਾਰੈ। ਅਤੇ ਭਾਵੇਂ ਇਹ ਗੁਰੂ ਘਰ ਦੀ ਮਰਜ਼ਾਦਾ ਨਹੀਂ, ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੇ ਰੋਣਾ ਪਿੱਟਣਾ। ਸੰਗਤ ਜੀ, ਗੁਰੂ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੁਆਰਾ ਇਹਦੇ ਤੋਂ ਵਿਵਰਜਿਤ ਕੀਤਾ ਹੈ, ਪਰ ਫਿਰ ਵੀ ਸਿਆਣੇ ਕਹਿੰਦੇ ਨੇ ਕਿ ਵੱਲ ਨਾਲੋਂ ਫਲ ਤੋੜੀਏ ਨਾ, ਤੇ ਉਹ ਵੱਲ ਵਿੱਚੋਂ ਵੀ ਪਾਣੀ ਸਿਮ ਪੈਂਦਾ ਹੈ। ਜਦੋਂ ਪਰਿਵਾਰ ਵਿੱਚੋਂ ਕੋਈ ਜੀ ਚੜ੍ਹਾਈ ਕਰ ਜਾਂਦਾ ਹੈ ਤੇ ਸੰਗਤ ਜੀ, ਭਾਵੇਂ ਹੈ ਤਾਂ ਮਨਾਹੀ ਵਿਰਲਾਪ ਕਰਨ ਦੀ, ਸ਼ੋਕ ਕਰਨ ਦੀ, ਪਰ ਫਿਰ ਵੀ ਵਿੱਚੇ ਵਿੱਚ ਹੀ ਕਈ ਵਾਰ ਜੀਵ ਵੈਰਾਗ ਕਰਦੇ ਨੇ। ਇਮ ਬਿਰਲਾ ਪਤ ਆਵਤ ਨਾਰੀ। ਇਸ ਤਰੀਕੇ ਨਾਲ ਕਹਿੰਦੇ ਨੇ ਕਿ ਜਿੰਨੇ ਵੀ ਜੀਵ ਆਉਂਦੇ ਨੇ ਸੰਗਤ ਜੀ, ਉਹਨਾਂ ਦੇ ਮਨ ਜਿਹੜੇ ਉਹ ਵੈਰਾਗ ਨਾਲ ਭਰੇ ਹੋਏ ਸੀ। ਪ੍ਰਵੇਸ਼ੈ ਗੰਗਾ ਸਦਨ ਮਝਾਰੀ। ਮਾਤਾ ਗੰਗਾ ਜੀ ਦੇ ਗ੍ਰਹਿ ਗੁਰੂ ਕੇ ਮਹਿਲਾਂ ਵਿੱਚ ਇਹ ਸਾਰੇ ਨਗਰਾਂ ਤੋਂ ਆਏ ਹੋਏ ਲੋਕ ਪ੍ਰਵੇਸ਼ ਹੋਏ। ਸ੍ਰੀ ਅਰਜਨ ਕੇ ਗੁਣ ਬਹੁ ਕਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜੋ ਉਹਨਾਂ ਨੇ ਸਾਡੇ ਤੇ ਪਰਉਪਕਾਰ ਕੀਤੇ, ਸਤਿਗੁਰਾਂ ਦੇ ਪਰਉਪਕਾਰ ਆਪਸ ਵਿੱਚ ਰਲ ਮਿਲ ਕੇ ਕਹਿੰਦੇ ਨੇ। ਕਮਲ ਬਲੋਚਨ ਤੇ ਜਲ ਬਹੈ। ਪਰ ਕਹਿੰਦੇ ਕਮਲ ਵਰਗੇ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਵਗਦਾ। ਸਭਿਨ ਕੋ ਸਨਮਾਨ ਮਹਾਨ। ਸੋ ਇਸ ਤਰ੍ਹਾਂ ਗੁਰੂ ਘਰ ਵਿੱਚ ਆਏ ਹੋਏ ਸਾਰਿਆਂ ਦਾ ਹੀ ਬਹੁਤ ਵੱਡਾ ਭਾਰੀ ਮਾਨ ਸਨਮਾਨ ਹੁੰਦਾ। ਪ੍ਰਥਮ ਰਾਖ ਪੁਨ ਕਰਹਿ ਬਖਾਨ। ਅਤੇ ਇਸ ਤਰ੍ਹਾਂ ਕਹਿੰਦੇ ਨੇ, ਪਹਿਲੇ ਸਤਿਕਾਰ ਰੱਖ ਕੇ ਤੇ ਫੇਰ ਕੋਈ ਵਕਿਆਣ ਕਰਦੇ। ਸ੍ਰੀ ਗੰਗਾ ਸ਼ੁਭ ਮਤ ਮਹਿ ਸਿਆਨੀ। ਮਾਤਾ ਗੰਗਾ ਜੀ ਜੋ ਬਹੁਤ ਚੰਗੀ ਮਤ ਦੇ ਸਹਿਤ ਸਿਆਣੇ ਸਨ। ਕਰਹੁ ਨ ਸ਼ੋਕ ਸੁਨਾਵਹੁ ਬਾਨੀ। ਮਾਤਾ ਜੀ ਬਾਹਰੋਂ ਆਈਆਂ ਹੋਈਆਂ ਬੀਬੀਆਂ ਨੂੰ ਇਹ ਹੌਸਲਾ ਦਿੰਦੇ ਨੇ, ਕਹਿੰਦੇ ਨੇ ਕਿ ਭਾਈ ਸ਼ੋਕ ਨਾ ਕਰੋ, ਰੋਵੋ ਨਾ, ਵਿਰਲਾਪ ਨਾ ਕਰੋ, ਕਿਉਂਕਿ ਗੁਰੂ ਸਾਹਿਬ ਜੀ ਕਹਿ ਗਏ ਸੀ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਸਾਹਿਬ ਜੀ ਦਾ ਇਹ ਹੁਕਮ ਹੈ ਵੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਪਿੱਛੋਂ ਮਤਾ ਕੋਈ ਰੋਵੇ, ਜਿਹੜਾ ਰੋਵੇਗਾ ਉਹ ਸਾਨੂੰ ਚੰਗਾ ਨਹੀਂ ਲੱਗੇਗਾ। ਜਗ ਗੁਰ ਕੀ ਆਗਿਆ ਜਿਮ ਹੋਏ। ਇਹ ਜਗਤ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਆਗਿਆ, ਜਿਵੇਂ ਹੁਕਮ ਹੋਇਆ, ਕੈਸੇ ਕਰਹਿ ਉਲੰਘਨ ਸੋਏ। ਸੋ ਕੈਸੇ ਕਰਹਿ ਉਲੰਘਣ ਸੋਏ। ਸਤਿਗੁਰਾਂ ਦੀ ਆਗਿਆ, ਸਤਿਗੁਰਾਂ ਦੇ ਪਾਵਨ ਹੁਕਮ ਦੀ ਉਲੰਘਣਾ ਕੈਸੇ ਕਰੀਏ, ਨਹੀਂ ਕੀਤੀ ਜਾ ਸਕਦੀ। ਅਪਰ ਨਰਨ ਸਮਤਿਨ ਤਨ ਨਾਹੀ। ਮਾਤਾ ਜੀ ਕਹਿਣ ਲੱਗੇ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੀਰ
ਆਮ ਮਨੁੱਖਾ ਵਰਗਾ ਨਹੀਂ ਸੀ। ਸਦਾ ਸੁਸ਼ਾਂਦੇ ਆਏ ਜਗ ਮਾਹੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਦਾ ਹੀ ਸੁਤੰਤਰ ਸਨ। ਜਗਤ ਵਿੱਚ ਆ ਕੇ ਵੀ ਸਤਿਗੁਰੂ ਜੀ ਸੁਤੰਤਰ ਰਹੇ। ਘਰ ਕਾਰਜ ਨਿਜ ਸਦਨ ਸਿਧਾਵੈ। ਆਪਣੇ ਕਾਰਜ ਕਰਕੇ ਸਤਿਗੁਰੂ ਜੀ ਵਾਪਸ ਆਪਣੇ ਘਰ ਨੂੰ ਚਲੇ ਗਏ। ਪਰ ਬਸ ਹੋਏ ਨਾ ਆਏ ਨਾ ਜਾਵੈ। ਪਰਾਏ ਵਸ ਹੋ ਕਰਕੇ ਨਾ ਆਉਂਦੇ ਹਨ ਨਾ ਜਾਂਦੇ ਹਨ। ਧੁੰਦ ਲੋਕ ਆਨੰਦ ਬਿਲੰਦਾ। ਸੋ ਇਸ ਤਰ੍ਹਾਂ ਕਹਿੰਦੇ ਨੇ ਦੋਹਾਂ ਲੋਕਾਂ ਦੇ ਵਿੱਚ ਹੀ ਬਹੁਤ ਭਾਰੀ ਆਨੰਦ ਦੇ ਸਹਿਤ ਹਨ। ਸਦਾ ਮੁਕੰਦ ਦਾਸ ਨਿਜ ਬ੍ਰਿੰਦਾ। ਸੰਗਤ ਜੀ ਸਦਾ ਹੀ ਮੁਕਤੀ ਦੇ ਦਾਤੇ ਨੇ। ਆਪਣੇ ਬਹੁਤ ਸਾਰੇ ਦਾਸਾਂ ਨੂੰ ਸਤਿਗੁਰੂ ਜੀ ਮੁਕਤੀ ਦੇਣ ਵਾਲੇ ਨੇ। ਸੁਜਸ ਬਿਥਾਰ ਚੰਦ ਮਾਨਿੰਦਾ। ਅਤੇ ਚੰਦ ਦੀ ਤਰ੍ਹਾਂ ਹਜੂਰ ਨੇ ਗੁਰੂ ਘਰ ਦਾ ਜਸ ਜਿਹੜਾ ਹੈ ਨਾ ਇਹਨੂੰ ਵਿਤਾਰਨਾ ਕੀਤਾ। ਜਨ ਸੁਖ ਕੰਦ ਸੋ ਪਦ ਅਰਬਿੰਦਾ। ਔਰ ਇਸੇ ਤਰ੍ਹਾਂ ਜਨ ਸੁਖ ਕੰਦ ਸੋ ਪਦ ਅਰਬਿੰਦੇ। ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੇ ਚਰਨ ਕਮਲ ਦਾਸਾਂ ਨੂੰ ਸੁਖ ਦੇਣ ਵਾਲੇ ਨੇ। ਚੰਦ ਪਾਤ ਕੀ ਸਿਰ ਦੇ ਦੋਸ਼। ਚੰਦੂ ਪਾਪੀ ਦੇ ਸਿਰ ਦੋਸ਼ ਦੇ ਕੇ ਗਏ ਬਿਕੁੰਠ ਪਰਮ ਸੰਤੋਸ਼। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮ ਬੈਕੁੰਠ ਧਾਮ ਨੂੰ ਗਏ ਨੇ ਸੰਤੋਖ ਦੇ ਸਹਿਤ। ਭਲਿਆਨ ਦੇਹਨ ਕੁਲ ਕੀ ਦਾਰਾ। ਇਸ ਤਰ੍ਹਾਂ ਕਹਿੰਦੇ ਭੱਲਿਆਂ ਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਸ਼ ਬੰਸ ਦੀਆਂ ਬੀਬੀਆਂ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਪੰਸ ਦੀਆਂ ਔਰਤਾਂ ਜਿਹੜੀਆਂ ਸੀ ਸੁਣ ਸੁਣ ਸਭ ਹਿਨ ਸੁਜਾਸ ਉਚਾਰਾ। ਸਾਰੀਆਂ ਨੇ ਸੁਣ ਸੁਣ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ ਉਚਾਰਨ ਕੀਤਾ। ਮੋਡਲੇ ਕੀ ਜੇ ਤਿਕ ਨਾਰੀ। ਇਸੇ ਤਰ੍ਹਾਂ ਮਾਓ ਨਗਰ ਅਤੇ ਡੱਲੇ ਨਗਰ ਦੀਆਂ ਜਿੰਨੀਆਂ ਕਿ ਬੀਬੀਆਂ ਆਈਆਂ ਸਨ ਤਿੰਨ ਸਨ ਜਗਤ ਰੀਤ ਕਰ ਸਾਰੀ। ਉਹਨਾਂ ਨੇ ਕਹਿੰਦੇ ਨੇ ਜਗਤ ਦੀ ਜਿਹੜੀ ਰੀਤੀ ਸੀ ਇਹ ਸਾਰੀ ਕਰਨੀ ਕੀਤੀ। ਸਿੱਖ ਸੰਗਤ ਚਹੁ ਦਿਸ਼ਨ ਵਿਸਾਲੇ। ਸੰਗਤ ਜੀ ਚੌਹੀਂ ਪਾਸੇ ਬਹੁਤ ਜ਼ਿਆਦਾ ਸਿੱਖ ਸੰਗਤਾਂ ਸਨ। ਨਿਤ ਪ੍ਰਤਿ ਆਏ ਸੁਦਾਸਰ ਚਾਲੇ। ਨਿਤਾ ਪ੍ਰਤੀ ਰੋਜ਼ਾਨਾ ਸਿੱਖ ਸੰਗਤਾਂ ਚੱਲ ਚੱਲ ਕੇ ਆਉਂਦੀਆਂ। ਜਿਉਂ ਜਿਉਂ ਦੇਸ਼ਨ ਮਹਿ ਸੁਧ ਜਾਵੈ। ਜਿਵੇਂ ਜਿਵੇਂ ਦੇਸ਼ਾਂ ਦੇ ਵਿੱਚ ਇਹ ਖਬਰ ਪਹੁੰਚਦੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੀ ਸਹਿਤ ਮਸੰਦਨ ਸੰਗਤ ਆਵੈ। ਤੇ ਨਿਤਾ ਪ੍ਰਤੀ ਰੋਜ਼ਾਨਾ ਹੀ ਸੰਗਤਾਂ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਨੇ। ਤੇ ਸੰਗਤ ਜੀ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਪਹੁੰਚਦੇ। ਲੋਕ ਹਜ਼ਾਰੋਂ ਨਿਤ ਪਹੁੰਚੰਤੇ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਮਿਲ ਗੁਰ ਸਿੱਖਨ ਸ਼ੋਕ ਤਰੰਤੇ। ਅਤੇ ਗੁਰੂ ਕੇ ਸਿੱਖਾਂ ਨਾਲ ਮਿਲ ਕਰਕੇ ਸੰਗਤ ਜੀ ਵੈਰਾਗ ਕਰਦੇ ਨੇ। ਇੱਕ ਦੂਜੇ ਦੇ ਗਲ ਲੱਗ ਲੱਗ ਕੇ ਵੈਰਾਗ ਵਿੱਚ ਭਰ ਜਾਂਦੇ ਨੇ। ਕਿਉਂਕਿ ਜਿਨ੍ਹਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਮਾਣਿਆ ਸੰਗਤ ਜੀ ਉਹਨਾਂ ਦੇ ਮਨ ਵਿੱਚ ਅਵੱਚ ਹੀ ਵੈਰਾਗ ਆਉਣਾ ਹੀ ਆਉਣਾ ਸੀ। ਜਿਹਦੇ ਨਾਲ ਬਹੁਤਾ ਪਿਆਰ ਹੋਵੇ ਨਾ ਜੀ ਉਹਦੇ ਮਨ ਵਿੱਚ ਤਾਂ ਵੈਰਾਗ ਉਪਜਦਾ ਹੀ ਉਪਜਦਾ ਹੈ। ਇਸ ਤਰ੍ਹਾਂ ਗੁਰਸਿੱਖਾਂ ਨਾਲ ਮਿਲ ਕਰਕੇ ਤੇ ਸੰਗਤ ਜੀ ਆਪਸ ਵਿੱਚ ਵੈਰਾਗ ਕਰਦੇ। ਸ੍ਰੀ ਹਰਿ ਗੋਬਿੰਦ ਚੰਦ ਹਮੇਸ਼ਾ। ਗੁਰੂ ਹਰਗੋਬਿੰਦ ਸਾਹਿਬ ਜੀ ਹਮੇਸ਼ਾ ਬੈਠੇ ਲਾਏ ਦੀਵਾਨ ਅਸ਼ੇਸ਼ਾ। ਵਿਸ਼ੇਸ਼ ਕਰਕੇ ਦੀਵਾਨ ਲਾ ਕੇ ਬੈਠਦੇ। ਫਰਸ਼ ਵਿਸਾਲ ਪ੍ਰਥਮ ਕਰਵਾਵੈ। ਪਹਿਲਾ ਸੰਗਤ ਜੀ ਬਹੁਤ ਭਾਰੀ ਵੱਡਾ ਫਰਸ਼
ਗਲੀਚੇ ਦਰੀਆਂ ਆਦਿਕ ਵਿਛਾਏ ਜਾਂਦੇ। ਆਏ ਆਏ ਤਹ ਬੈਠਤ ਜਾਵੈ। ਸਿੱਖ ਸੰਗਤਾਂ ਆਉਂਦੀਆਂ ਨੇ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੈਰਾਗ ਦੀਆਂ ਗੱਲਾਂ ਕਰਦੀਆਂ ਨੇ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਹੁਤ ਵੱਡੇ ਪਰਉਪਕਾਰ ਕੀਤੇ, ਪਰ ਸਤਿਗੁਰੂ ਜੀ ਹੁਣ ਸਾਨੂੰ ਸਰੀਰ ਕਰਕੇ ਵਿਛੋੜਾ ਦੇ ਗਏ ਨੇ। ਇਉਂ ਆਉਂਦੇ ਨੇ ਬੈਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੈਰਾਗ ਭਰੀਆਂ ਗੱਲਾਂ ਕਰਕੇ ਤੁਰ ਜਾਂਦੇ। ਦੇਗ ਅਤੋਟ ਹੋਤ ਦਿਨ ਸਾਰੇ। ਸਾਰਾ ਦਿਨ ਅਟੁੱਟ ਲੰਗਰ ਵਰਤਦਾ। ਜਬ ਹੁਕੋ ਚਾਹੇ ਕਰੇ ਆਹਾਰੇ। ਜਦੋਂ ਵੀ ਕੋਈ ਸਿੱਖ ਚਾਵੇ ਉਦੋਂ ਹੀ ਉਹ ਭੋਜਨ ਛਕ ਸਕਦਾ। ਮਾਨਵ ਬ੍ਰਿੰਦਕਾਰ ਕੋ ਕਰੈ। ਬਹੁਤ ਸਾਰੇ ਮਨੁੱਖ ਜਿਹੜੇ ਨੇ ਉਹ ਸੇਵਾ ਕਰਦੇ। ਅਧਿਕ ਸਮਾਜ ਨਿਤਾ ਪ੍ਰਤ ਧਰੈ। ਤੇ ਸੰਗਤ ਜੀ ਬਹੁਤ ਭਾਰੀ ਸਮਾਜ ਨਿਤਾ ਪ੍ਰਤੀ ਆਉਂਦਾ। ਖਰਚ ਹੋਤ ਕੁਛ ਗਿਣਤੀ ਨਾਹੀ। ਸੰਗਤ ਜੀ ਇਸ ਤਰ੍ਹਾਂ ਗੁਰੂ ਕੇ ਲੰਗਰਾਂ ਦੇ ਉੱਤੇ ਜੋ ਖਰਚ ਆਉਂਦਾ ਹੈ ਨਾ, ਉਹਦੀ ਕੋਈ ਗਿਣਤੀ ਨਹੀਂ। ਅਸੀਂ ਕਈ ਵਾਰ ਗੁਰੂ ਘਰ ਵਿੱਚ ਆਈ ਮਾਇਆ ਦੀ ਗਿਣਤੀ ਤਾਂ ਕਰ ਲੈਂਦੇ ਆ ਵੀ ਇੰਨੀਆਂ ਕੁ ਗੋਲਕਾਂ ਰੋਜ਼ ਦੀਆਂ ਭਰ ਜਾਂਦੀਆਂ ਨੇ, ਇੰਨੇ ਲੱਖ ਹੋ ਗਿਆ, ਇੰਨੇ ਕਰੋੜ ਹੋ ਗਿਆ, ਪਰ ਅਸੀਂ ਕਦੀ ਗੁਰੂ ਕੇ ਲੰਗਰਾਂ ਵਿੱਚ ਜਿਹੜਾ ਖਰਚ ਹੁੰਦਾ ਹੈ ਨਾ ਜੀ, ਉਹਦੇ ਬਾਰੇ ਕਦੀ ਵਿਚਾਰ ਨਹੀਂ ਕੀਤੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਲੰਗਰ ਵਿੱਚ ਆਮ ਜਿਹੜਾ ਰੋਜ਼ਾਨਾ ਦਾ ਖਰਚ ਹੈ ਜੀ, ਘੱਟ ਤੋਂ ਘੱਟ ਵੀ 50 ਕੁਇੰਟਲ ਆਟਾ ਤੇ 20 ਕੁਇੰਟਲ ਦੇ ਲਗਭਗ ਦਾਲ ਰੋਜ਼ਾਨਾ ਲੱਗਦੀ ਹੈ। ਹਜ਼ਾਰਾਂ ਸੰਗਤਾਂ ਜਿਹੜੀਆਂ ਛਕਦੀਆਂ ਤੇ ਜੋੜ ਮੇਲਿਆਂ ਦੇ ਉੱਤੇ 150 ਕੁਇੰਟਲ ਵੀ ਲੰਗਰ ਪੱਕ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਥੇ ਗਿਆਨੀ ਜੀ ਨੇ ਜ਼ਿਕਰ ਕੀਤਾ ਹੈ, ਖਰਚ ਹੋਤ ਕਛ ਗਿਣਤੀ ਨਾਹੀ। ਜੋ ਲੰਗਰ ਤੇ ਖਰਚ ਆਉਂਦਾ ਉਹਦੀ ਕੋਈ ਗਿਣਤੀ ਨਹੀਂ। ਸਰਬ ਮਸੰਦ ਕਾਰ ਨਿਰਬਾਹੀ। ਸਾਰੇ ਮਸੰਦ ਜਿਹੜੇ ਮੁਖੀ ਸਿੱਖ ਨੇ ਨਾ ਜੀ, ਉਹ ਇਹ ਸੇਵਾ ਨਿਭਾਉਂਦੇ। ਸ੍ਰੀ ਗੁਰੂ ਗ੍ਰੰਥ ਪਾਠ ਕਰਵਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਵਿਚਾਰ ਕਰਕੇ ਕਿ ਬਾਬਾ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਿਮਿਤ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰੀਏ। ਤੇ ਸੰਗਤ ਜੀ ਬਾਬਾ ਜੀ ਕਹਿਣ ਲੱਗੇ ਸਤ ਬਚਨ। ਹੁਣ ਕੋਠਾ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਕੇ ਸ੍ਰੀ ਮੁਖ ਵਾਕ ਲੈ ਕੇ ਤੇ ਸਹਿਜ ਪਾਠ ਆਰੰਭ ਕੀਤਾ ਹੈ। ਤੇ ਇਹ ਪਾਠ ਬਾਬਾ ਬੁੱਢਾ ਸਾਹਿਬ ਜੀ ਕਰਦੇ ਰਹੇ। ਭਾਏ ਬ੍ਰਿਧ ਪਠਨ ਕੋ ਲਾਇਵ। ਬਾਬਾ ਬੁੱਢਾ ਸਾਹਿਬ ਜੀ ਨੂੰ ਪਾਠ ਕਰਨ ਦੀ ਸੇਵਾ ਤੇ ਲਾਇਆ। ਕਰਹਿ ਰਬਾਬੇ ਕੀਰਤਨ ਘਣੇ। ਅਤੇ ਨਾਲ ਨਾਲ ਰੋਜ਼ਾਨਾ ਹੀ ਬਹੁਤ ਸਾਰੇ ਰਬਾਬੀ ਜਿਹੜੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਸੀ ਨਾ ਜੀ, ਉਹਨਾਂ ਨੂੰ ਰਬਾਬੀ ਕਿਹਾ ਜਾਂਦਾ ਸੀ। ਔਰ ਜਿਹੜੇ ਹਾਰਮੋਨੀਅਮ ਦੇ ਨਾਲ ਕੀਰਤਨ ਕਰਦੇ ਸੀ ਉਹਨਾਂ ਨੂੰ ਰਾਗੀ ਕਿਹਾ ਜਾਂਦਾ ਹੈ। ਔਰ ਹਰਿਮੰਦਰ ਸਾਹਿਬ ਜੀ ਦੇ ਅੰਦਰ ਇਹ ਦੋਵੇਂ ਮਰਜ਼ਾਦਾ ਚੱਲਦੀਆਂ ਵੀ ਰਹੀਆਂ। ਸੰਗਤ ਜੀ 7-8 ਚੌਂਕੀਆਂ ਜਿਹੜੀਆਂ ਸੀ ਉਹ ਰਾਗੀਆਂ ਦੀਆਂ, 7-8 ਚੌਂਕੀਆਂ ਜਿਹੜੀਆਂ ਸੀ ਉਹ ਰਬਾਬੀਆਂ ਦੀਆਂ। ਇਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਦਰਸਾਇਆ ਹੈ ਵੀ ਰਾਗੀ ਵੀ ਤੇ ਰਬਾਬੀ ਵੀ। ਪਰ ਸਮਾਂ ਆਉਣ ਤੇ ਮੁੜ ਕੇ ਰਬਾਬੀ ਜਿਹੜੇ ਸੀ ਉਹ ਕੁਝ ਪਾਕਿਸਤਾਨ ਚਲੇ ਗਏ ਤੇ ਕੁਝ ਸੰਗਤ ਜੀ ਇਹ ਕਿਰਤ ਨੂੰ ਛੱਡ ਗਏ। ਭਾਵੇਂ ਬੱਚੇ ਸਿੱਖਦੇ ਤੇ ਆਣ ਬਾਹਰ ਅੰਦਰ, ਪਰ ਇੱਥੇ ਵਾਜਿਆਂ ਨਾਲ ਹੀ ਮੁੜ ਕੇ ਉਹ ਕੀਰਤਨ ਜਿਹੜਾ ਸੀ
ਉਹ ਗੁਰੂ ਕੇ ਕੀਰਤਨੀਏ ਕਰਦੇ। ਕਬ ਸਿੱਖ ਗਾਏ ਜੇ ਰਾਗੀ ਲਾ ਬਣੇ। ਸੰਗਤ ਜੀ, ਜਿਹੜੇ ਸਿੱਖ ਰਾਗੀ ਬੜੇ ਸਨ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਰਾਗ ਵਿਦਿਆ ਦੀ ਦਾਤ ਦਿੱਤੀ ਸੀ। ਭਜਨੇ ਅਖੰਡ ਪ੍ਰਵਾਹ ਬਹੰਤਾ। ਇਸ ਤਰ੍ਹਾਂ ਜਿਸ ਦਿਨ ਤੋਂ ਸਹਿਜ ਪਾਠ ਆਰੰਭ ਹੁੰਦਾ ਹੈ, ਸੰਗਤ ਜੀ, ਭਾਵੇਂ ਗੁਰੂ ਘਰ ਦੇ ਵਿੱਚ ਰੋਜ਼ਾਨਾ ਹੀ ਅਖੰਡ ਪ੍ਰਵਾਹ ਚੱਲਦਾ ਹੈ, ਗੁਰਬਾਣੀ ਦਾ ਰੋਜ਼ਾਨਾ ਹੀ ਪ੍ਰਵਾਹ ਚੱਲਦਾ ਹੈ, ਪਰ ਕਹਿੰਦੇ ਜਦੋਂ ਸਹਿਜ ਪਾਠ ਆਰੰਭ ਹੋਇਆ ਉਦੋਂ ਕਦੇ ਰਬਾਬੀ ਤੇ ਕਦੇ ਰਾਗੀ ਇਸ ਤਰ੍ਹਾਂ ਗੁਰੂ ਕੀ ਬਾਣੀ ਦਾ ਅਖੰਡ ਕੀਰਤਨ, ਅਖੰਡ ਪ੍ਰਵਾਹ ਚਲਾਉਂਦੇ। ਹੋਏ ਜੀਵਨ ਕਲਿਆਣ ਸੁਨੰਤਾ। ਸੰਗਤ ਜੀ, ਹੋਏ ਜੀਵਨ ਕਲਿਆਣ ਸੁਣੰਤਾ, ਤੇ ਜਿਹੜੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਉਹਨਾਂ ਦੀ ਕਲਿਆਣ ਹੁੰਦੀ। 13 ਦਿਨ ਇਸ ਵਿਦ ਜਬ ਭਇਓ। ਇਸ ਤਰ੍ਹਾਂ ਕਹਿੰਦੇ ਸਹਿਜ ਪਾਠ ਆਰੰਭ ਹੋਏ ਨੂੰ ਜਦੋਂ 13 ਦਿਨ ਹੋ ਗਏ, ਪੜਿਓ ਸੁ ਗ੍ਰੰਥ ਅੰਤ ਲੋ ਆਇਓ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਦਿ ਤੋਂ ਲੈ ਕੇ ਅੰਤ ਸੰਪੂਰਨ ਤੱਕ ਪੜ੍ਹਨਾ ਕੀਤਾ। ਸੰਗਤ ਜੀ, ਇਹ ਉਹ ਸਰੂਪ ਹੈ ਜਿਸ ਸਰੂਪ ਵਿੱਚ 5 ਗੁਰੂ ਸਾਹਿਬਾਨ ਜੀ ਦੀ ਬਾਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਬਾਕੀ ਸਾਰੀ ਬਾਣੀ ਅੱਜ ਵਾਲੀ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਜਿਹੜਾ ਸਰੂਪ ਲਿਖਾਇਆ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ, ਉਸ ਸਰੂਪ ਵਿੱਚ ਅੰਕਿਤ ਕੀਤੀ ਸੀ। ਜਿਹੜਾ ਸਰੂਪ ਰਾਮਸਰ ਵਾਲਾ ਸੀ ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਉਸ ਸਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਹੀਂ ਸੀ। ਹੁਣ ਗਿਆਨੀ ਜੀ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਆਦਿ ਤੋਂ ਆਰੰਭ ਕਰਕੇ ਅੰਤ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ। ਜਗਤ ਰੀਤ ਕੇ ਹੇਤ ਗੁਸਾਈ। ਜਗਤ ਦੀ ਰੀਤੀ ਮਰਜ਼ਾਦਾ ਵਾਸਤੇ ਮਾਲਕ ਸਤਿਗੁਰੂ ਜੀ ਨੇ ਸੰਗਤ ਤਹਿ ਬੁਲਾਏ ਸਮੁਦਾਈ। ਸੰਗਤ ਜੀ, ਬਹੁਤ ਸਾਰੀ ਸੰਗਤ ਸੱਦੀ। ਰਾਮਦਾਸਪੁਰ ਪੈਂਚ ਨਸੋ ਨੀਕੇ। ਸੋ ਇਸ ਪਾਵਨ ਨਗਰੀ ਜਿਸ ਨੂੰ ਰਾਮਦਾਸਪੁਰ ਵੀ ਕਿਹਾ ਜਾਂਦਾ ਹੈ, ਅੰਮ੍ਰਿਤਸਰ ਵੀ ਕਿਹਾ ਜਾਂਦਾ ਹੈ, ਇੱਥੇ ਜਿਹੜੇ ਮੋਤਬਰ ਬੰਦੇ ਸੀ, ਕਰੇ ਹਕਾਰ ਨੇ ਆਪਨ ਨਜੀਕੇ। ਸਤਿਗੁਰਾਂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਣਾ ਕੀਤਾ। ਘਨੋ ਕਰਿਓ ਪੰਚਾ ਅੰਮ੍ਰਿਤ ਤਬੈ। ਬਹੁਤ ਭਾਰੀ ਕੜਾ ਪ੍ਰਚਾਦ ਦੀ ਦੇਗ ਤਿਆਰ ਕੀਤੀ। ਆਨਿਓ ਤੂਰਨ ਤਹਿ ਤੇ ਸਭੈ। ਕਹਿੰਦੇ ਸਾਰਿਆਂ ਨੇ ਦੇਗ ਤਿਆਰ ਕਰਕੇ ਲਿਆਂਦੀ। ਨੀਕੀ ਪੰਗਤ ਸਭਾ ਮਝਾਰਾ। ਸੋ ਇਸ ਤਰ੍ਹਾਂ ਕਹਿੰਦੇ ਨੇ ਸਭਾ ਦੇ ਵਿੱਚ ਚੰਗੀਆਂ ਪੰਗਤਾਂ ਲਾਈਆਂ। ਬ੍ਰਿਧ ਗ੍ਰੰਥ ਕੋ ਅੰਤ ਉਚਾਰਾ। ਸੰਗਤ ਜੀ, ਜਿੱਦਣ ਭੋਗ ਪੈਣਾ ਸੀ ਨਾ, ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਜ਼ਿਕਰ ਹੈ ਕਿ ਉਸ ਦਿਨ ਹਾੜ ਬਦੀ ਏਕਮ ਸੀ ਤੇ ਹਾੜ ਦੀ ਸੰਗਰਾਂਦ ਸੀ। ਉਦਣ ਜਿੱਦਣ ਸਹਿਜ ਪਾਠ ਦਾ ਭੋਗ ਪਾਇਆ ਗਿਆ, ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਰਿਸ਼ਤੇਦਾਰ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ। ਖਰੇ ਹੋਏ ਗੁਰਦਾਸ ਨਿਹੁਰਤਾ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਜੀ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਇਹ ਪਾਵਨ ਸ਼ਬਦ ਪੜ੍ਹ ਕੇ ਫਿਰ ਰਾਗ ਮਾਲਾ ਪੜ੍ਹੀ। ਰਾਗ ਮਾਲਾ ਪੜ੍ਹ ਕੇ ਸੰਗਤ ਜੀ ਫਿਰ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਆਨੰਦ ਸਾਹਿਬ ਜੀ ਦਾ ਪਾਠ, ਸੱਦ ਦਾ ਪਾਠ ਕਰਕੇ ਤੇ ਫਿਰ ਭਾਈ ਗੁਰਦਾਸ ਜੀ ਨੇ ਖਲੋ ਕਰਕੇ ਅਰਦਾਸ ਕੀਤੀ ਸਹਿਜ ਪਾਠ ਦੇ। ਚਾਮਰ ਚਾਰੂ ਢੋਰਨ ਕਰਤਾ। ਅਤੇ ਸੁੰਦਰ ਚੌਰ ਬਾਬਾ ਬੁੱਢਾ ਸਾਹਿਬ ਜੀ
ਗੁਰੂ ਗ੍ਰੰਥ ਸਾਹਿਬ ਜੀ ਤੇ ਕਰਦੇ ਨੇ। ਜਬੋ ਗ੍ਰੰਥ ਕੋ ਪਾਇਓ ਭੋਗ, ਜਦੋਂ ਗ੍ਰੰਥ ਸਾਹਿਬ ਜੀ ਦਾ ਭੋਗ ਸੰਪੂਰਨਤਾ ਹੋਈ, ਸੀਸ ਨਵਾਇਓ ਸਗਰੇ ਲੋਗ। ਸਾਰੀਆਂ ਸੰਗਤਾਂ ਨੇ ਸਿਰ ਨਵਾਏ। ਸੰਗਤ ਜੀ, ਇਹ ਮਰਜ਼ਾਦਾ ਹੈ। ਜਦੋਂ ਗੁਰੂ ਕੀ ਬਾਣੀ ਸੰਪੂਰਨ ਹੁੰਦੀ ਹੈ ਨਾ, ਉਦੋਂ ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾਉਣਾ ਚਾਹੀਦਾ ਹੈ। ਔਰ ਗੁਰੂ ਕੇ ਰਾਗੀ ਰਬਾਬੀ ਕੀਰਤਨ ਕਰਦੇ ਹੋਣ, ਜਦੋਂ ਬਾਣੀ ਦਾ ਸ਼ਬਦ ਪੂਰਾ ਹੁੰਦਾ ਹੈ ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾਉਣਾ ਚਾਹੀਦਾ ਹੈ। ਇਉਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਪੂਰਨਤਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ ਹੈ ਤੇ ਅਰਦਾਸ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਨਮਸਕਾਰ ਕੀਤੀ। ਹੁਨਰ ਮਾਲ ਕੋ ਉਪਰ ਪਾਏ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਬਹੁਤ ਸੁੰਦਰ ਰੁਮਾਲ ਪਾਇਆ। ਰਾਗੇ ਤਬ ਹੈ ਸ਼ਬਦ ਕੋ ਗਾਏ। ਤਦੋਂ ਰਾਗੀਆਂ ਨੇ ਸੰਗਤ ਜੀ ਸ਼ਬਦ ਗਾਇਨ ਕੀਤੇ। ਪੜ ਆਨੰਦ ਲਓ ਕਰ ਅਰਦਾਸ, ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ। ਹਰ ਗੋਬਿੰਦ ਲੈ ਪੋਸ਼ਿਸ਼ ਪਾਸ। ਜਦੋਂ ਸੰਪੂਰਨਤਾ ਹੋ ਗਈ, ਭੋਗ ਪੈ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉੱਠੇ ਤੇ ਆਪਣੇ ਹੱਥ ਵਿੱਚ ਸੁੰਦਰ ਪੁਸ਼ਾਕ ਲੈ ਕੇ, ਰੇਸ਼ਮ ਜਰੀ ਸਮੇਤ ਦੁਸ਼ਾਲੇ। ਸੰਗਤ ਜੀ, ਰੇਸ਼ਮ ਜਿਹਦੇ ਵਿੱਚ ਸੋ ਦੁਸ਼ਾਲੇ ਜਿਹਦੇ ਵਿੱਚ ਨਾ ਰੇਸ਼ਮ ਆਦਿਕ ਜੜਿਆ ਹੋਇਆ ਸੀ। ਸਭ ਆਪਣੇ ਤਬ ਹਾਥ ਉਠਾਲੇ। ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਉਹ ਸੁੰਦਰ ਦੁਸ਼ਾਲੇ ਲੈ ਰੇਸ਼ਮ ਦੇ ਜਰੀ ਦੇ। ਸਾਹਿਬ ਬੁੱਢੇ ਕੋ ਤਬ ਦਈ। ਤਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸੋਹਣੀ ਪੁਸ਼ਾਕ ਸੰਗਤ ਜੀ ਜਿਹਦੇ ਵਿੱਚ ਰੇਸ਼ਮ ਤੇ ਜਰੀ ਆਦਿਕ ਸੀ, ਬਹੁਤ ਸੁੰਦਰ ਦੁਸ਼ਾਲਾ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਣਾ ਕੀਤਾ। ਸੁੰਦਰ ਸ਼ਕਲ ਪਹਿਰ ਤਨ ਲਈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਸੰਗਤ ਦੇ ਵਿੱਚ ਖਲੋਤਿਆ ਹੀ ਉਹ ਪੁਸ਼ਾਕ ਆਪਣੇ ਗਲ ਪਹਿਨ ਲਈ। ਰੀਤ ਚਲਾਵਨ ਜਗਤ ਮਝਾਰਾ। ਸੰਸਾਰ ਦੇ ਵਿੱਚ ਇੱਕ ਮਰਜ਼ਾਦਾ ਤੋਰਨ ਵਾਸਤੇ ਸਤਿਗੁਰੂ ਜੀ ਨੇ ਕੀਨੋ ਸਭ ਬਿਦ ਕੋ ਵਰਤਾਰਾ। ਇਹ ਸਾਰਾ ਵਰਤਾਰਾ ਕਰਨਾ ਕੀਤਾ। ਅਪਰ ਸਿੱਖ ਪ੍ਰੀਤਮ ਗੁਰਬਾਨੀ। ਸੰਗਤ ਜੀ, ਹੋਰ ਜਿਹੜੇ ਗੁਰੂ ਕੇ ਸਿੱਖ ਬਾਣੀ ਦੇ ਪਿਆਰੇ ਸਨ, ਦੀਨੀ ਪੋਸ਼ਿਸ਼ ਚਾਰ ਮਹਾਨੀ। ਉਹਨਾਂ ਨੂੰ ਵੀ ਸੁੰਦਰ ਪੁਸ਼ਾਕੇ ਮਹਾਰਾਜ ਸਾਹਿਬ ਜੀ ਨੇ ਦਿੱਤੇ। ਰਾਗ ਅਪਰ ਰਬਾਬੀ ਸਾਰੇ। ਜਿੰਨੇ ਵੀ ਰਾਗੀ ਤੇ ਰਬਾਬੀ ਆਦਿਕ ਸੀ ਸਾਰਿਆਂ ਨੂੰ ਸ਼ੋ ਪੋਸ਼ਿਸ਼ ਲੇਤ ਕਰ ਤਨ ਧਾਰੇ। ਸੋ ਸਾਰਿਆਂ ਨੂੰ ਹੀ ਸੰਗਤ ਜੀ ਸੋਹਣੀਆਂ ਸੋਹਣੀਆਂ ਪੁਸ਼ਾਕਾਂ ਦੇਣੀਆਂ ਕੀਤੀਆਂ। ਦਰਬ ਬ੍ਰਿੰਦ ਦੀਨ ਸਤਿ ਸਕਾਲਾ। ਨਾਲ ਸੱਚੇ ਪਾਤਸ਼ਾਹ ਜੀ ਨੇ ਬਹੁਤ ਮਾਇਆ ਵੀ ਦਿੱਤੀ। ਕਰੇ ਜਥਾਵਤ ਰੀਤ ਵਿਸਾਲਾ। ਜਥਾਵਤ ਇਹ ਸਾਰੀ ਮਰਜ਼ਾਦਾ ਹਜੂਰ ਨੇ ਕੀਤੀ। ਹੁਣ ਪੰਚਾਮ੍ਰਿਤ ਕੋ ਵਰਤਾਇਓ। ਫੇਰ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਸੰਗਤ ਵਿੱਚ। ਭਾਉ ਸਹਿਤ ਲੈ ਸੰਗਤ ਖਾਇਓ। ਬੜੇ ਪ੍ਰੇਮ ਨਾਲ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਛਕਣੀ ਕੀਤੀ। ਇਮ ਸਭ ਕਰ ਕੈ ਚਾਲ ਭਲੇਰੀ। ਇਉਂ ਸਾਰੀ ਮਰਜ਼ਾਦਾ ਚੰਗੀ ਤਰ੍ਹਾਂ ਕਰਕੇ ਸਤਿਗੁਰ ਪਿਤ ਹਿਤ ਜੋ ਤਬ ਹੇਰੀ। ਸੰਗਤ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਆਪਣੇ ਪਿਤਾ ਜੀ ਦੇ ਨਿਮਿਤ ਵੇਖੀ, ਉਹ ਸਾਰੀ ਮਰਜ਼ਾਦਾ ਭਲੀ ਪ੍ਰਕਾਰ ਨਿਭਾਈ। ਬਾਹੁਰੋ ਬੰਧਨ ਕੋ ਦਸਤਾਰ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਸੀਸ ਤੇ ਦਸਤਾਰ ਬੰਨਣ ਵਾਸਤੇ ਹੁਕਮ ਕੀਤਾ। ਹਿਤ ਉਤਸਵ ਕੇ ਲਿਏ ਹਕਾਰ। ਸੋ ਸੰਗਤ ਜੀ, ਇਸ ਹਿਤ ਉਤਸਵ ਹਿਤ ਸੱਚੇ ਪਾਤਸ਼ਾਹ ਜੀ ਨੇ ਬੁਲਾ ਲੈਣਾ ਕੀਤਾ। ਮੋਹਰੀ ਆਦਿਕ ਭੱਲੇ ਆਏ। ਬਾਬਾ ਮੋਹਰੀ ਜੀ
ਭੱਲਿਆਂ ਦੀ ਅੰਸ਼ ਵਿੱਚੋਂ ਆਏ। ਦਾਤੂ ਅੰਗਦ ਆਨੰਦ ਸੁਹਾਏ। ਗੁਰੂ ਅੰਗਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਵੀ ਸ਼ੋਭ ਢੀਕੜੇ। ਬਹੁ ਸੰਗਤ ਕੋ ਲਗਿਓ ਦੀਵਾਨ। ਬਹੁਤੀਆਂ ਸੰਗਤਾਂ ਦੀ ਵਾੜ ਵਿੱਚ ਜੁੜ ਬੈਠੀਆਂ ਨੇ। ਸੁਣ ਸੁਣ ਸੁਧ ਬੈਠੇ ਵਿਚਿਆਨ। ਸੰਗਤ ਜੀ ਸਾਰੇ ਖਬਰ ਸੁਣ ਸੁਣ ਕੇ ਦੀਵਾਨ ਵਿੱਚ ਬੈਠ ਗਏ। ਸ਼ਾਲੋ ਆਦਿਕ ਬ੍ਰਿੰਦ ਮਸੰਦ। ਭਾਈ ਸ਼ਾਲੋ ਜੀ ਇਸ ਤਰ੍ਹਾਂ ਬਹੁਤ ਸਾਰੇ ਮੁਖੀ ਸਿੱਖ ਚੱਲ ਪਹੁੰਚੇ ਤਬ ਧਨਹੀ ਬਿਲੰਦ। ਸੰਗਤ ਜੀ ਬਹੁਤ ਸਾਰੇ ਧਨਾੜ ਗਰੀਬ ਅਮੀਰ ਸੁਣ ਕਰਕੇ ਪਹੁੰਚੇ ਨੇ। ਪ੍ਰਜਾ ਜਿਤਕਪੁਰ ਬਸਨੇ ਹਾਰੇ। ਜਿੰਨੀ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਸੰਗਤ ਸੀ ਉਹ ਵੀ ਪਹੁੰਚ ਗਈ। ਆਏ ਪਹੁੰਚੇ ਆਏ ਸਬਨ ਅਬ ਬੰਧਨ ਧਾਰੇ। ਆ ਕੇ ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ। ਜਬੋ ਸਕੇਲ ਮੇਲ ਬੜ ਹੋਵਾ। ਜਦੋਂ ਬਹੁਤ ਸੰਗਤਾਂ ਦਾ ਭਾਰੀ ਮੇਲਾ ਹੋਇਆ ਭਿੰਨੇ ਪਿੰਨ ਮਸੰਦਨ ਜੋਵਾ। ਅਤੇ ਮਸੰਦਾ ਨੇ ਵੱਖ-ਵੱਖ ਵੇਖੜਾ ਕੀਤਾ। ਸੇਲੀ ਮਾਲਾ ਮੰਜੀ ਲਿਆਏ। ਮਸੰਦ ਜਿਹੜੀ ਪੁਰਾਤਨ ਮਰਜ਼ਾਦਾ ਸੀ ਨਾ ਉਸ ਮਰਜ਼ਾਦਾ ਅਨੁਸਾਰ ਸੇਲੀ ਤੇ ਮਾਲਾ ਤੇ ਮੰਜੀ ਲੈ ਕੇ ਆਏ। ਆਗੇ ਧਰੀ ਗੁਰੂ ਕੇ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਲਿਆ ਕੇ ਰੱਖ ਦਿੱਤੇ ਇਹ ਸੇਲੀ ਟੋਪੀ ਮਾਲਾ ਤੇ ਮੰਜੀ। ਸਭ ਕੇ ਲਗੇ ਬਿਲੋਚਣ ਐਸੇ। ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤਦੋਂ ਇਸ ਤਰ੍ਹਾਂ ਵੇਖਣ ਲੱਗੇ ਚੰਦ ਚਕੋਰਹਿ ਚਿਤਵਤ ਜੈਸੇ। ਅਤੇ ਗੁਰੂ ਕੀਆਂ ਸਿੱਖ ਸੰਗਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੇ ਇਸ ਤਰ੍ਹਾਂ ਵੇਖਦੀਆਂ ਨੇ ਜਿਵੇਂ ਕਹਿੰਦੇ ਨੇ ਚਕੋਰ ਚੰਦਰਮਾ ਨੂੰ ਤੱਕਦੀ ਹੈ। ਸ੍ਰੀ ਹਰਗੋਬਿੰਦ ਚੰਦ ਆਨੰਦੇ। ਗੁਰੂ ਹਰਗੋਬਿੰਦ ਸਾਹਿਬ ਜੀ ਆਨੰਦ ਸਹਿਤ ਤਿੰਨ ਪਿਖ ਮੁਸਕਾਵਤ ਮਦ ਮੰਦੇ। ਇਹ ਵਸਤੂਆਂ ਵੇਖ ਕੇ ਨਾ ਸੇਲੀ ਟੋਪੀ ਮਾਲਾ ਤੇ ਮੰਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਵਸਤੂਆਂ ਵੇਖ ਕੇ ਤੇ ਸਹਿਜੇ ਸਹਿਜੇ ਮੁਸਕਰਾਉਂਦੇ। ਬੁੱਢਾ ਸਨਮੁਖ ਥਿਰਿਓ ਨਿਹਾਰਾ। ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਖਲੋਤੇ ਸਨ ਤੇ ਵੇਖ ਰਹੇ ਸੀ। ਸਭ ਸੁਣਾਏ ਤੇ ਸਾਂਗੇ ਉਚਾਰਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਮਾਰੀ ਕਹਿਣ ਲੱਗੇ ਇਹ ਪਸੰਦ ਅਬ ਕਿਆ ਲੈ ਆਏ। ਕਹਿਣ ਲੱਗੇ ਬਾਬਾ ਜੀ ਇਹ ਪਸੰਦਾਂ ਕੀ ਲੈ ਕੇ ਆ ਗਏ ਨੇ। ਅਜੋ ਨ ਜਾਣੈ ਸਹਿਜ ਸੁਭਾਏ। ਅਜੇ ਵੀ ਇਹ ਸੁਤੇ ਸਿੱਧ ਜਾਣਦੇ ਨਹੀਂ। ਅਬ ਇਨ ਧਾਰਨ ਨਹਿ ਅਧਿਕਾਰਾ। ਮਹਾਰਾਜ ਹੁਣ ਇਹ ਜਿਹੜੀਆਂ ਵਸਤੂਆਂ ਨੇ ਨਾ ਇਹ ਧਾਰਨ ਦਾ ਸਮਾਂ ਨਹੀਂ। ਸ਼ਾਂਤ ਸਰੂਪ ਜਥਾ ਗੁਰ ਧਾਰਾ। ਜਿਵੇਂ ਗੁਰੂ ਸਾਹਿਬਾਨ ਜੀ ਨੇ ਪਹਿਲਾਂ ਸ਼ਾਂਤ ਸਰੂਪ ਵਿੱਚ ਧਾਰਨ ਕੀਤੀਆਂ ਸੀ। ਤੁਰਕ ਰਾਜ ਪੈ ਦੁਸ਼ਟ ਵਿਸਾਲੇ। ਕਿਉਂਕਿ ਤੁਰਕਾਂ ਦਾ ਰਾਜ ਹੈ ਤੇ ਬਹੁਤ ਵੱਡੇ ਇਹ ਦੁਸ਼ਟ ਪਾਪੀ ਨੇ। ਕਿਆ ਕੀਨੋ ਸਤਿਗੁਰ ਪਿਤ ਨਾਲੇ। ਇਹਨਾਂ ਨੇ ਸਤਿਗੁਰੂ ਪਿਤਾ ਨਾਲ ਵੇਖੋ ਕੀ ਕੀਤਾ। ਲਿਓ ਚਾਹੇ ਪਲਟਾ ਤਤਕਾਲਾ। ਬਾਬਾ ਜੀ ਹੁਣ ਤਾਂ ਅਸੀਂ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦੇ ਆ। ਬਿਨਾ ਸ਼ਸਤਰ ਕਿਉਂ ਕਰਮ ਕਰਾਲਾ। ਤੇ ਬਾਬਾ ਜੀ ਬਿਨਾ ਸ਼ਸਤਰਾਂ ਤੋਂ ਇਹ ਕਰੜਾ ਕਰਮ ਕਿਵੇਂ ਹੋ ਸਕਦਾ ਹੈ। ਬਦਲਾ ਤੇ ਤਾਂ ਹੀ ਲਿਆ ਜਾਵੇਗਾ ਜੇ ਅਸੀਂ ਸ਼ਸਤਰ ਧਾਰੀ ਹੋਵਾਂਗੇ। ਹੁਣ ਮਾਲਾ ਦੇ ਨਾਲ ਤਾਂ ਬੰਦਾ ਨਹੀਂ ਨਾ ਮਰਦਾ। ਇੱਕ ਵਾਰੀ ਕਹਿੰਦੇ ਨੇ ਕਿ ਨਾਮ ਧਾਰੀਆਂ ਦਾ ਬਾਬਾ ਪ੍ਰਤਾਪ ਸਿੰਘ ਸੰਗਤ ਜੀ ਇਹ ਉਪਦੇਸ਼ ਕਰਿਆ ਕਰਦਾ ਵੀ ਸ਼ਸਤਰ ਧਾਰੀ ਹੋਣ ਦੀ ਲੋੜ ਨਹੀਂ। ਸ਼ਸਤਰ ਰੱਖਣ ਦੀ ਲੋੜ ਨਹੀਂ। ਮਾਲਾ ਰੱਖਿਆ ਕਰੋ, ਸਿਮਰਨ ਕਰਿਆ ਕਰੋ। ਇੱਕ ਇਹਨਾਂ ਦੇ ਨਾਲ ਗੁਰਮੁਖ ਪਿਆਰਾ ਫਤਿਹ ਸਿੰਘ ਸੀ। ਉਹ ਆਪਦੇ ਕੋਲ ਖੂੰਡਾ ਰੱਖਿਆ ਕਰਦਾ ਸੀ ਤੇ ਇੱਕ ਦਿਨ ਉਹ ਬਾਬਾ ਪ੍ਰਤਾਪ ਸਿੰਘ ਅੰਮ੍ਰਿਤ ਵੇਲੇ ਜਦੋਂ ਬਾਹਰ ਗਏ ਨਾ ਤੇ ਨਾਲ ਉਹ ਫਤਿਹ ਸਿੰਘ ਨੂੰ ਲੈ ਗਏ ਤੇ ਤੜਕੇ ਰਾਤ ਦਾ ਹਨੇਰਾ ਸੀ ਤੇ ਅੱਗੋਂ ਸਾਣ ਮਾਰਨ ਪੈ ਗਿਆ ਤੇ ਉਹ ਬਾਬਾ ਪ੍ਰਤਾਪ ਸਿੰਘ ਕਹੇ ਫਤਿਹ ਸਿਆਂ ਆ ਖੂੰਡਾ ਲਿਆ ਤੇ ਉਹ ਫਤਿਹ ਸਿੰਘ ਅੱਗੋਂ ਕਹੇ ਬਾਬਾ ਜੀ ਹੁਣ ਮਾਲਾ ਮਾਰੋ ਇਹਨੂੰ। ਹੁਣ ਖੂੰਡੇ ਦੀ ਤੁਹਾਨੂੰ ਕੀ ਲੋੜ ਪੈ ਗਈ, ਹੁਣ ਇਹਨੂੰ ਮਾਲਾ ਮਾਰੋ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕਹਿੰਦੇ ਨੇ ਬਾਬਾ ਜੀ ਹੁਣ ਮਾਲਾ ਦੇ ਨਾਲ ਨਹੀਂ ਸਰਨਾ, ਹੁਣ ਤਾਂ ਸ਼ਾਸਤਰਾਂ ਦੇ ਨਾਲ ਹੀ ਸਰੂਗਾ।
ਹੁਣ ਇਹ ਜਿਹੜਾ ਕਰੜਾ ਕਰਮ ਹੈ ਨਾ, ਪਿਤਾ ਦਾ ਬਦਲਾ ਲੈਣਾ, ਇਹ ਸ਼ਾਸਤਰਾਂ ਤੋਂ ਬਗੈਰ ਨਹੀਂ ਹੋ ਸਕਦਾ। ਸੰਤਨ ਕੇਰ ਵਿਰੋਧੀ ਮਾਰੋ। ਮਹਾਰਾਜ ਇਹ ਜਿਹੜੇ ਸੰਤਾਂ ਦੇ ਵਿਰੋਧੀ ਨੇ ਬਾਬਾ ਜੀ, ਹੁਣ ਤਾਂ ਇਹਨਾਂ ਨੂੰ ਚੁਣ ਚੁਣ ਕੇ ਮਾਰਾਂਗੇ। ਬਹੁ ਸ਼ਸਤਰ ਨਹਿ ਮਾਲਾ ਧਾਰੂ। ਬਾਬਾ ਜੀ ਹੁਣ ਅਸੀਂ ਸ਼ਸਤਰ ਧਾਰਨ ਕਰਾਂਗੇ, ਮਾਲਾ ਨਹੀਂ। ਪ੍ਰਥਮ ਹੁਤੇ ਛਤਰੀ ਮਹਿ ਪਾਲਾ। ਜਿੰਨੇ ਵੀ ਪਹਿਲਾਂ ਛਤਰੀ ਰਾਜੇ ਮਹਾਰਾਜੇ ਹੋਏ, ਆਜੁਦ ਕੋ ਅਭਿਆਸ ਵਿਸਾਲਾ। ਉਹਨਾਂ ਦਾ ਸ਼ਸਤਰਾਂ ਦਾ ਬਹੁਤ ਭਾਰੀ ਅਭਿਆਸ ਹੁੰਦਾ ਸੀ। ਤਜਿਓ ਜਪੈ ਸ਼ਸਤਰਨ ਸਭ ਅਭਿਆਸਾ। ਜਦੋਂ ਉਹਨਾਂ ਨੇ ਸ਼ਸਤਰਾਂ ਦਾ ਅਭਿਆਸ ਤਿਆਗ ਦਿੱਤਾ ਲੀਨੋ ਤੁਰਕ ਰਾਜ ਨਿਜ ਪਾਸ। ਅਤੇ ਤੁਰਕਾਂ ਨੇ ਉਹਨਾਂ ਰਾਜੇ ਮਹਾਰਾਜਿਆਂ ਦੇ ਕੋਲੋਂ ਰਾਜ ਭਾਗ ਖੋਹ ਲਿਆ ਦੇਸ਼ ਵਿਦੇਸ਼ ਜੀਤ ਕਰ ਲੀਨੇ। ਅਤੇ ਦੇਸ਼ ਵਿਦੇਸ਼ ਉਹਨਾਂ ਤੁਰਕਾਂ ਨੇ ਜਿੱਤ ਲਏ। ਸ਼ਸਤਰਨ ਬਲ ਨਹਿ ਅਟਕਨ ਦੀਨੇ। ਸੋ ਸ਼ਸਤਰਾਂ ਦੇ ਬਲ ਅੱਗੇ ਉਹ ਰਾਜੇ ਮਹਾਰਾਜੇ ਜਿਹੜੇ ਸੀ ਅਟਕ ਨਾ ਸਕੇ। ਅਬ ਨਿਜ ਸਿੱਖਣ ਸ਼ਸਤਰ ਗਹਾਵੈ। ਇਸ ਕਰਕੇ ਮਹਾਰਾਜ ਹੁਣ ਤਾਂ ਬਾਬਾ ਜੀ ਅਸੀਂ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਪਕੜਾਵਾਂਗੇ ਵਿਦਿਆ ਕਰ ਅਭਿਆਸ ਹੈ ਪਾਵੈ। ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰਾਵਾਂਗੇ। ਸੰਗਰ ਘੋਰ ਕਰੈ ਅਰ ਘਾਵੈ। ਬਹੁਤ ਭਾਰੀ ਜੰਗ ਕਰਾਂਗੇ ਤੇ ਵੈਰੀਆਂ ਨੂੰ ਨਾਸ ਕਰਾਂਗੇ। ਗੁਰ ਸਹਾਏ ਬੜ ਰਾਜ ਕਮਾਵੈ। ਸੋ ਗੁਰ ਸਹਾਏ ਬੜ ਰਾਜ ਕਮਾਵੈ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਗੁਰੂ ਸਹਾਇਤਾ ਕਰੇ ਤੇ ਬਹੁਤ ਵੱਡਾ ਭਾਰੀ ਰਾਜ ਕਮਾਵਾਂਗੇ। ਸੁਣ ਬੋਲਿਓ ਬੁੱਢਾ ਕਰ ਜੋਰ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੋਲੇ, ਗੁਰ ਮਰਜੀ ਬਿਨ ਬਨਹਿ ਨਾ ਹੋਰ। ਮਹਾਰਾਜ ਆਪ ਜੀ ਦੀ ਆਗਿਆ ਤੋਂ ਬਗੈਰ ਹੋਰ ਕੋਈ ਕਾਰਜ ਹੋ ਹੀ ਨਹੀਂ ਸਕਦਾ। ਪੰਜ ਗੁਰੂ ਆਗੇ ਜਗ ਗਏ। ਮਹਾਰਾਜ ਅੱਗੇ ਪੰਜ ਗੁਰ ਆਗੇ ਜਗ ਭਏ। ਅੱਗੇ ਪੰਜ ਗੁਰੂ ਸਾਹਿਬਾਨ ਸੰਸਾਰ ਵਿੱਚ ਹੋਏ। ਜਥਾ ਰੀਤ ਪੂਰਬ ਨਿਰਮਏ। ਜਥਾ ਰੀਤ ਪੂਰਬ ਨਿਰਮੈ, ਜਿਵੇਂ ਪਹਿਲੀ ਰੀਤ ਉਹਨਾਂ ਨੇ ਪ੍ਰਗਟ ਕੀਤੀ। ਤਥਾ ਮਸੰਦ ਆਪ ਟਿਗ ਲਿਆਏ। ਮਹਾਰਾਜ ਤੇਵੇਂ ਵੀ ਮਸੰਦ ਜਿਹੜੇ ਨੇ ਨਾ, ਇਹ ਉਹ ਪੂਰਬਲੀ ਜਿਹੜੀ ਪਹਿਲੀ ਮਰਜ਼ਾਦਾ ਸੀ ਉਹਦੇ ਮੁਤਾਬਕ ਹੀ ਮਹਾਰਾਜ ਟੋਪੀ ਮਾਲਾ ਤੇ ਮੰਜੀ ਲੈ ਕੇ ਆਏ ਨੇ। ਕਰੋ ਆਪ ਜੈਸੇ ਮਨ ਭਾਏ। ਪਰ ਮਹਾਰਾਜ ਜਿਵੇਂ ਆਪ ਜੀ ਦੇ ਮਨ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਕਰੋ। ਨਹੀਂ ਰੀਤ ਜੇ ਕਰੋ ਚਲਾਵਣਾ। ਮਹਾਰਾਜ ਜੇ ਇਹ ਆਪ ਸ਼ਸਤਰ ਧਾਰਨ ਦੀ ਨਵੀਂ ਮਰਜ਼ਾਦਾ ਚਲਾਉਣੀ ਕਰੋ। ਧਰੋ ਸ਼ਸਤਰ ਗਨ ਦੁਸ਼ਟਨ ਘਾਵਨਾ। ਇਉਂ ਸ਼ਸਤਰ ਧਾਰਨ ਕਰਕੇ ਬਹੁਤੇ ਦੁਸ਼ਟਾਂ ਨੂੰ ਮਾਰ ਨਾ ਕਰੋ। ਜਿਮਰਾਵਰ ਕੀ ਮਰਜੀ ਹੋਏ। ਜਿਵੇਂ ਆਪ ਜੀ ਦੀ ਰਜਾ ਹੋਵੇ। ਮਾਨੇ ਤਿਮ ਨੀਕੀ ਸਭ ਕੋਏ। ਮਹਾਰਾਜ ਸਾਰੇ ਸਿੱਖ ਆਪ ਜੀ ਦਾ ਇਹ ਹੁਕਮ ਮੰਨਣਗੇ। ਸੁਣ ਬ੍ਰਿੰਦ ਤੇ ਸਤਿਗੁਰ ਮੁਸਕਾਏ। ਬਾਬਾ ਬੁੱਢਾ ਸਾਹਿਬ ਜੀ ਤੋਂ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ। ਸੇਲੀ ਮਾਲ ਮਸੰਦ ਜੋ ਲਿਆਏ। ਸੇਲੀ ਟੋਪੀ ਤੇ ਮਾਲਾ ਜਿਹੜੀ ਮਸੰਦ ਲੈ ਕੇ ਆਏ ਸੀ। ਦੁਆ ਕਰ ਬੰਦਨਾ ਕਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕੇ ਸੰਗਤ ਜੀ ਉਹ ਸੇਲੀ ਟੋਪੀ ਤੇ ਮਾਲਾ ਨੂੰ ਨਮਸਕਾਰ ਕੀਤੀ। ਕਹਿਓ ਕੋਸ਼ ਮਹਿ ਦੋਹ ਇਨ ਧਰੀ। ਆਖਿਆ ਬਾਬਾ ਜੀ ਇਹ ਹੁਣ ਖਜ਼ਾਨੇ ਵਿੱਚ ਰੱਖ ਦਿਓ। ਕੋਸ਼ ਪ ਹੁਕਮ ਮਾਨ ਗੁਰ ਕੇਰਾ। ਜਿਹੜਾ ਖਜ਼ਾਨਚੀ ਸੀ ਨਾ ਜੀ, ਉਹ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਆਗੇ ਤੇ ਉਠਾਏ ਤਸਬੀਰਾ। ਗੁਰੂ ਸਾਹਿਬ ਜੀ ਦੇ ਅੱਗੋਂ ਉਹ ਸੇਲੀ ਟੋਪੀ ਤੇ ਮਾਲਾ ਮੰਜੀ ਚੁੱਕ ਕੇ ਤੋਸ਼ੇ ਖਾਨੇ ਮਹਿ ਤਬ ਧਰੀ। ਉਹਨੇ ਜਾ ਕੇ ਤੋਚੇ ਖਾਨੇ ਵਿੱਚ ਮਾਲਾ ਤੇ ਟੋਪੀ ਰੱਖ ਦਿੱਤੀ। ਉਠ ਅਰਦਾਸ ਬ੍ਰਿਧ ਪੁਨ ਕਰੇ। ਫਿਰ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ। ਪੰਚੋ ਸਤਿਗੁਰ ਕੇ ਲੈ ਨਾਮ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਤੱਕ ਪੰਜ ਗੁਰੂ ਸਾਹਿਬਾਨ ਜੀ ਦੇ ਨਾਮ ਲਏ। ਭਾਗ ਲੀਨ ਕਰਮ ਹੈ ਅਬਿਰਾਮ। ਸੋ ਇਸ ਤਰ੍ਹਾਂ ਕਹਿੰਦੇ ਨੇ। ਫਿਰ ਬਾਬਾ ਜੀ ਨੇ ਪੱਗ ਲੈ ਕਰਕੇ ਨਾ ਆਪਣੇ ਹੱਥਾਂ ਵਿੱਚ ਸੁੰਦਰ ਜਿਨ ਕੇ ਸ਼ੋਰ ਨਜਰੇ ਵਿਸਾਲ। ਸੰਗਤ ਜੀ ਜਿਸ ਪੱਗ ਦੇ ਪੱਲਿਆਂ ਨੂੰ
ਬਹੁਤ ਸੋਹਣੀ ਜਰੀ ਲੱਗੀ ਹੋਈ ਸੀ। ਚਮਕਤ ਬਹੁ ਸੁਖਮਾ ਕੇ ਨਾਲ, ਬਹੁਤ ਸੁੰਦਰ ਉਹ ਚਮਕਦੀ ਸੀ, ਸੋਭਾ ਪਾਉਂਦੀ। ਸੂਖਮ ਸੂਤ ਅਧਿਕ ਜਿਸ ਕੇਰਾ, ਜਿਹਦਾ ਸੂਤ ਬੜਾ ਬਰੀਕ ਸੀ। ਸ੍ਰੀ ਹਰਿ ਗੋਬਿੰਦ ਕੋਤ ਸਬੇਰਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਵੇਲੇ ਪ੍ਰਥਮ ਬ੍ਰਿਧ ਬੰਧਾਵਨ ਕੀਨਾ, ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਦਸਤਾਰ ਬੰਨੀ। ਸ਼ੋਭਾ ਗੁਰ ਕੀ ਹੋਤ ਨਵੀਨਾ, ਸੰਗਤ ਜੀ ਗੁਰੂ ਸਾਹਿਬ ਜੀ ਦੀ ਹੁਣ ਸੋਭਾ ਹੋਰ ਵੀ ਨਵੀਂ ਹੋ ਗਈ। ਪੁਨ ਮੋਹਰੀ ਦੇ ਬਹੁ ਧਨ ਸਾਥ, ਫਿਰ ਬਾਬਾ ਮੋਹਰੀ ਜੀ ਉੱਠੇ ਤੇ ਉਹਨਾਂ ਨੇ ਬਹੁਤ ਸਾਰਾ ਧਨ ਲੈ ਕੇ ਅਰਪੀ ਪਾਗ ਦਾਤ ਲੈ ਹਾਥ, ਸੰਗਤ ਜੀ ਮਾਇਆ ਤੇ ਪੱਗ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰਪਣ ਕੀਤੀ। ਅਪਰ ਕਹਾਂ ਲਗ ਕਹੇ ਬਣਾਈ, ਸੋ ਕਹਿੰਦੇ ਨੇ ਹੋਰ ਕਿੱਥੋਂ ਤੀਕਰ ਕਹਿਣਾ ਕਰੀਏ। ਪੁਰ ਕੇ ਪੈਂਚ ਮਸੰਦ ਸਮੁਦਾਈ, ਜਿਨੇ ਅੰਮ੍ਰਿਤਸਰ ਸਾਹਿਬ ਜੀ ਦੇ ਮੁਖੀ ਸਨ। ਸਰਬ ਅਰਪਣਾ ਕਰਹਿ ਅਗਾਰੇ, ਸੰਗਤ ਜੀ ਉਹ ਵੀ ਸਾਰੇ ਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਸਤਾਰਾਂ ਤੇ ਮਾਇਆ ਅਰਪਣ ਕਰਦੇ। ਧਨ ਦਸਤਾਰ ਲਿਆਏ ਨਿਜ ਝਾਰੀ, ਸੰਗਤ ਜੀ ਸਾਰੇ ਧਨ ਤੇ ਦਸਤਾਰਾਂ ਲੈ ਕੇ ਆਏ। ਸੁੰਦਰ ਬਾਜ ਉਠੇ ਸਦਿਆਨੇ, ਬਹੁਤ ਸੁੰਦਰ ਵਾਜੇ ਵੱਜ ਉੱਠੇ। ਸਭ ਤੇ ਉਪਜਤ ਆਨੰਦ ਮਹਾਨੇ, ਸਾਰਿਆਂ ਦੇ ਮਨ ਵਿੱਚ ਭਾਰੀ ਆਨੰਦ ਪੈਦਾ ਹੋ ਰਿਹਾ ਸੀ। ਮੰਗਲ ਸਿਰਜੇ ਵਿਵਿਧ ਪ੍ਰਕਾਰੀ, ਅਨੇਕ ਪ੍ਰਕਾਰ ਦੇ ਸੰਗਤ ਜੀ ਮੰਗਲ ਖੁਸ਼ੀਆਂ ਹੋਈਆਂ। ਨਵੋ ਨਿਸ਼ਾਨ ਝੁਲਤ ਦੁਤ ਭਾਰੀ, ਨਵਾਂ ਨਿਸ਼ਾਨ ਝੁੱਲ ਰਿਹਾ ਸੀ, ਬਹੁਤ ਸੁੰਦਰ। ਮੰਗਤ ਜਨ ਕੋ ਦਰਬ ਕਨੇਰਾ, ਜਿਹੜੇ ਮੰਗਤੇ ਆਏ ਸੀ ਉਹਨਾਂ ਨੂੰ ਭਾਰੀ ਧਨ ਦਿੱਤਾ। ਦਿਓ ਦਾਨ ਸਤਿਗੁਰ ਤਿਸ ਬੇਰਾ, ਸਤਿਗੁਰੂ ਜੀ ਨੇ ਉਸ ਵੇਲੇ ਉਹਨਾਂ ਮੰਗਤਿਆਂ ਨੂੰ ਵੀ ਦਾਨ ਦਿੱਤਾ। ਸ਼ੋਕ ਵਿਸਾਰ ਦੀਨ ਸਭ ਲੋਕਣਾ, ਸੋਕ ਵਿਸਾਰ ਦੀਨ ਸਭ ਲੋਕਣ। ਸਾਰਿਆਂ ਦੇ ਮਨ ਵਿੱਚੋਂ ਜਿਹੜੀ ਗਮੀ ਸੀ ਨਾ ਜੀ ਉਹ ਵਿਸਾਰ ਦਿੱਤੀ, ਭੁਲਾ ਦਿੱਤੀ। ਸ੍ਰੀ ਹਰਿ ਗੋਬਿੰਦ ਕਰਹਿ ਬਿਲੋਕਣਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਤੱਕਦੇ ਨੇ ਨਾ ਗੁਰੂ ਕੀਆਂ ਸੰਗਤਾਂ ਤੇ ਉਹ ਹੁਣ ਜਿਹੜਾ ਸ਼ੋਕ ਸੀ ਗਮੀ ਸੀ ਉਹ ਵਿਸਰ ਜਾਂਦੀ, ਭੁੱਲ ਗਈ। ਸਭ ਮਸੰਦ ਮਿਲ ਕੇ ਚਲ ਗਏ, ਸਾਰੇ ਮਸੰਦ ਚੱਲ ਕੇ ਗਏ। ਸ੍ਰੀ ਗੰਗਾ ਕੋ ਬੰਧਨ ਕੀਏ, ਮਾਤਾ ਗੰਗਾ ਜੀ ਨੂੰ ਜਾ ਕੇ ਮੱਥਾ ਟੇਕਿਆ। ਤੇ ਆਸ਼ਿਕ ਸਾਦਰ ਬੈਠਾਏ, ਮਾਤਾ ਜੀ ਅਸੀਸ ਦੇ ਕੇ ਸਾਰਿਆਂ ਨੂੰ ਸਤਿਕਾਰ ਨਾਲ ਬਿਠਾਉਂਦੇ। ਪੁੱਤਰ ਸਮਾਨ ਜਾਣ ਸਮੁਦਾਏ, ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਾਨ ਸਾਰਿਆਂ ਨੂੰ ਜਾਣਦੇ। ਸਭਨ ਜੋਰ ਕਰ ਅਰਜ ਗੁਜਾਰੀ, ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੁਣੋ ਮਾਤ ਜੀ ਕਰੋ ਵਿਚਾਰੇ, ਮਾਤਾ ਜੀ ਸੁਣ ਕੇ ਵਿਚਾਰ ਕਰੋ। ਤੁਰਕਣ ਰਾਜ ਤੇਜ ਅਤ ਤਪੈ, ਤੁਰਕਾਂ ਦਾ ਰਾਜ ਹੈ ਤੇ ਬਹੁਤ ਭਾਰੀ ਉਹਨਾਂ ਦਾ ਤੇਜ ਹੈ। ਇਨ ਸਨ ਬਿਗਰ ਕਹਾਂ ਕੋ ਛਪੈ, ਮਾਤਾ ਜੀ ਇਹਨਾਂ ਦੇ ਸਨ, ਇਹਨਾਂ ਦੇ ਬਰੋਬਰ ਹੋਰ ਕੌਣ ਹੋ ਸਕਦਾ ਹੈ? ਚੱਕਰ ਵਰਤ ਸਮ ਫਿਰੇ ਦੁਹਾਈ, ਕਿਉਂਕਿ ਇਹਨਾਂ ਦੀ ਸਾਰੇ ਦੁਹਾਈ ਫਿਰ ਰਹੀ ਹੈ। ਇਕ ਇਹ ਲਖੋ ਅਧਿਕ ਦੁਖਦਾਈ, ਮਾਤਾ ਜੀ ਇੱਕ ਤਾਂ ਇਹ ਜਾਣੋ ਬਹੁਤ ਵੱਡਾ ਦੁਖਦਾਈ। ਦੁਤੀਏ ਖੱਤਰੀ ਚੰਦ ਦੀਵਾਨ, ਦੂਜਾ ਜਿਹੜਾ ਚੰਦੂ ਖੱਤਰੀ ਹੈ, ਸਤਿਗੁਰ ਅਰਜੁਨ ਜਿਸ ਘਰ ਹਾਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹਦੇ ਘਰ ਵਿੱਚ ਸ਼ਹਾਦਤ ਹੋਈ ਹੈ। ਦੁਸ਼ਮਨ ਦੀਰਘ ਦੁਸ਼ਟ ਅਦ ਸਦੋਸ਼, ਸੋ ਮਾਤਾ ਜੀ ਉਹ ਬਹੁਤ ਵੱਡਾ ਦੁਸ਼ਮਣ ਹੈ, ਬਹੁਤ ਵੱਡਾ ਪਾਪੀ ਹੈ ਕਰਹਿ ਬੈਰ ਪਾਪੀ ਅਤ ਰੋਸ, ਅਤੇ ਉਹ ਪਾਪੀ ਵੈਰ ਕਰਦਾ ਹੈ, ਬਹੁਤ ਰੋਸ ਕਰਦਾ। ਨਹਿ ਕਿਸ ਕੋ ਜਿਸ ਕੇ ਉਰ ਤਰਾਸ, ਸੋ ਜਿਹਦੇ ਮਨ ਵਿੱਚ ਕਿਸੇ ਦਾ ਵੀ ਕੋਈ ਡਰ ਭੈ ਨਹੀਂ, ਮਨ ਭਾਵਤ ਕੋ ਕਰਹਿ ਪ੍ਰਕਾਸ਼, ਅਤੇ ਮਨ ਭਾਉਂਦੀਆਂ ਗੱਲਾਂ ਕਰਦਾ। ਲੋਕ ਹਜ਼ਾਰੋ ਨਿਤ ਅਨੁਸਾਰੀ, ਹਜ਼ਾਰਾਂ ਲੋਕ ਉਹਦੀ ਆਗਿਆ ਵਿੱਚ ਨੇ ਚਾਹੋ ਸਮੀਪੀ ਤੇ ਬਲ ਭਾਰੀ, ਅਤੇ ਉਹ ਬਾਦਸ਼ਾਹ ਦਾ ਨਿਕਟ ਵਰਤੀ ਵੀ ਹੈ। ਕਰੀ ਪ੍ਰਤੱਗਿਆ ਤਿਸ ਕੋ ਮਾਰਨਾ, ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਚੰਦੂ ਨੂੰ ਮਾਰਨ ਦੀ ਪ੍ਰਤੱਗਿਆ ਕੀਤੀ ਹੈ, ਪ੍ਰਣ ਕੀਤਾ ਹੈ। ਸਭ ਮਹਿ ਕਰਹਿ ਸਪਥ ਉਚਾਰਨਾ, ਸਾਰੀਆਂ ਸੰਗਤਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਇਹ ਬਚਨ ਕੀਤਾ ਹੈ, ਪ੍ਰਣ ਕੀਤਾ ਉਹਨੂੰ ਮਾਰਨ ਦਾ। ਸੋ ਸੁਨ ਬੈਰ ਵਧਾਵਹਿ ਪਾਪੀ, ਮਾਤਾ ਜੀ ਜੇ ਉਹਨੇ ਸੁਣ ਲਿਆ ਨਾ
ਤੇ ਉਹ ਬਹੁਤ ਵੱਡਾ ਵੈਰ ਵਧਾਵੇਗਾ। ਬਿਗਨ ਕਰੇ ਤੇ ਬਿਦਨ ਕਰੇ ਕੋ ਬੜ ਸੰਤਾਪੀ। ਬਹੁਤ ਭਾਰੀ ਦੁੱਖ ਦੇਣ ਵਾਲਾ ਚੰਦੂ ਉਹ ਭਾਰੀ ਵਿਗੜ ਕਰੇਗਾ। ਸਾਹਿਬ ਜਾਦੇ ਕੀ ਬੈ ਬਾਲ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਅਜੇ ਬਾਲਕ ਹੈ। ਸ਼ਸਤਰ ਧਰਨਾ ਕੇ ਕਪਰੇ ਸੋ ਖਿਆਲ। ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਧਾਰੀ ਹੋਣ ਦੇ ਖਿਆਲਾਂ ਵਿੱਚ ਪੈ ਗਏ ਮਾਤਾ ਜੀ। ਚਮੂ ਨ ਪਾਸ ਲਰਹੇ ਰਣ ਕੈਸੇ। ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕੋਈ ਫੌਜ ਨਹੀਂ ਤੇ ਜੰਗ ਕਿਵੇਂ ਲੜਨਗੇ। ਰਾਜਹੀਣ ਤੇ ਸੈਨ ਨਾ ਆਸੇ। ਮਾਤਾ ਜੀ ਨਾ ਕੋਈ ਰਾਜ ਭਾਗ ਹੈ, ਨਾ ਕੋਈ ਸੈਨਾ, ਨਾ ਫੌਜ ਹੈ, ਮੁਲਕ ਨਹੀਂ ਧਨ ਜਹ ਤੇ ਆਵੈ। ਨਾ ਹੀ ਆਪਣੇ ਕੋਲ ਕੋਈ ਦੇਸ਼ ਹੈ, ਮੁਲਕ ਹੈ ਜਿੱਥੋਂ ਧਨ ਆਵੇਗਾ। ਬਲੀਅਨ ਸੰਗ ਜੰਗ ਮਚਾਵੈ। ਮਹਾਰਾਜ ਕਿਵੇਂ ਯੋਧਿਆਂ ਦੇ ਨਾਲ ਬਲੀਆਂ ਦੇ ਨਾਲ ਜੰਗ ਮਚਾਉਣਗੇ। ਵਿਜੈ ਤੁਰਕ ਪਤ ਸੁਨਿਆ ਸਬਾਤੀ। ਮਾਤਾ ਜੀ ਜਦੋਂ ਤੁਰਕ ਪਤ ਤੁਰਕਾਂ ਦਾ ਰਾਜਾ ਸੁਣੇਗਾ ਤੇ ਉਹ ਖਿਝ ਜਾਵੇਗਾ। ਚਾਰੀ ਕਰਹਿ ਜਰੇ ਜਿਸ ਛਾਤੀ। ਅਤੇ ਚਾਰੀ ਕਰਹਿ ਜਦੋਂ ਉਹਦੇ ਕੋਲ ਲੋਕ ਜਾ ਕੇ ਚੁਗਲੀਆਂ ਕਰਨਗੇ ਤੇ ਉਹਦੀ ਛਾਤੀ ਜਿਹੜੀ ਹੈ ਨਾ ਉਹ ਸੜੇਗੀ। ਸ਼ਾਹੋ ਦੀਵਾਨ ਦਊ ਬਲ ਭਾਰੀ। ਮਾਤਾ ਜੀ ਬਾਦਸ਼ਾਹ ਦਾ ਜਿਹੜਾ ਦੀਵਾਨ ਹੈ ਨਾ ਚੰਦੂ, ਫਿਰੇ ਦੁਹਾਈ ਅਵਨ ਮਝਾਰੀ। ਕਿਉਂਕਿ ਬਾਦਸ਼ਾਹ ਦੀ ਸਾਰੀ ਧਰਤੀ ਤੇ ਦੁਹਾਈ ਫਿਰ ਰਹੀ ਹੈ। ਦੋਨੋਂ ਕੇ ਬਿਗਰੇ ਕਿਸ ਦੇਸ਼। ਅਤੇ ਦੋਨੋਂ ਕੋ ਬਿਗੜੇ ਕਿਸ ਦੇਸ਼। ਮਾਤਾ ਜੀ ਉਹਨਾਂ ਦੋਹਾਂ ਦੇ ਕਹਿਣ ਤੇ ਹੀ ਜਿਹੜਾ ਦੇਸ਼ ਦੇ ਲੋਕ ਵਿਗੜ ਜਾਣਗੇ। ਵਸੇ ਜਾਏ ਕਰ ਲਖੇ ਨਾ ਲੇਸ਼। ਅਤੇ ਵਸੇ ਜਾਏ ਕਰ ਲਖੇ ਨਾ ਲੇਸ। ਜਾ ਕੇ ਵਸਣਗੇ ਕੋਈ ਲੇਸ ਨਹੀਂ ਵੇਖਣਗੇ। ਹਮ ਸਭ ਸੁਨ ਕਰ ਧਰ ਮੁਖ ਮੋਣਾ। ਮਾਤਾ ਜੀ ਅਸੀਂ ਸਾਰਾ ਕੁਝ ਸੁਣ ਕਰਕੇ ਮੁਖ ਤੋਂ ਚੁੱਪ ਕੀਤੇ ਆ। ਨਹਿ ਕੁਛ ਬੋਲੇ ਸਨਮੁਖ ਤਾਉਣਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਕੌਣ ਬੋਲੇ ਮਾਤਾ ਜੀ। ਰਾਵਰ ਕੇ ਸਮੀਪ ਜਬ ਆਵੈ। ਸੋ ਰਾਵਰ ਕੇ ਸਮੀਪ ਜਬ ਆਵੇ, ਜਦੋਂ ਮਾਤਾ ਜੀ ਉਹਨਾਂ ਦੇ ਸਾਹਮਣੇ ਕੋਈ ਆਵੇ, ਮਨ ਪ੍ਰਸੰਨ ਤੇ ਬਾਕ ਸੁਨਾਵੈ। ਸੋ ਮਨ ਪ੍ਰਸੰਨ ਹੋ ਕੇ ਉਹਨਾਂ ਨੂੰ ਕੋਈ ਬਚਨ ਸੁਣਾਉਂਦਾ। ਤਬ ਤੁਮ ਬੂਝੋ ਦੇਹ ਸਮਝਾਏ। ਮਾਤਾ ਜੀ ਆਪ ਸਮਝਦਾਰ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਝਾਉਣਾ ਕਰੋ। ਸੁਖ ਜੋਤ ਥਿਤ ਨਾ ਉਪਾਦ ਉਠਾਏ। ਮਾਤਾ ਜੀ ਸੁਖ ਜੁਤ ਥਿਤ ਨਾ ਉਪਾਦ ਉਟਾਏ। ਮਾਤਾ ਜੀ ਹੁਣ ਆਪਾਂ ਸੁਖ ਦੇ ਸਹਿਤ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਰੋ ਜੰਗ ਆਦਿਕ ਨਾ ਕਰਨ। ਦੇਖੋ ਸ੍ਰੀ ਅਰਜਨ ਕੀ ਗਾਥਾ। ਗੁਰੂ ਅਰਜਨ ਸਾਹਿਬ ਜੀ ਦੀ ਸਾਰੀ ਕਥਾ ਤੁਹਾਡੇ ਸਾਹਮਣੇ ਹੈ। ਚਲਿਓ ਨਾ ਬਸ ਹੁਕਮੀਆਂ ਸਾਥਾ। ਮਾਤਾ ਜੀ ਉਹ ਜਿਹੜੇ ਹੁਕਮ ਕਰਨ ਵਾਲੇ ਸੀ ਉਹਨਾਂ ਦੇ ਅੱਗੇ ਕੋਈ ਆਪਣੀ ਗੱਲ ਚੱਲੀ ਨਹੀਂ। ਪ੍ਰਥਮ ਗੁਰਨ ਕੀ ਰੀਤ ਸੰਭਾਰੂ। ਜੋ ਪਹਿਲਾ ਗੁਰੂਆਂ ਦੀ ਮਰਜ਼ਾਦਾ ਸੀ ਉਹਨੂੰ ਸੰਭਾਲਣਾ ਕਰੋ। ਆਪਣੇ ਸੇਵਕ ਸਿੱਖ ਉਧਾਰੂ। ਆਪਣੇ ਸੇਵਕ ਸਿੱਖਾਂ ਦਾ ਉਧਾਰ ਕਰੋ। ਦੋਹਰਾ ਸੁਣ ਸ੍ਰੀ ਗੰਗਾ ਨੇ ਕਹਿਓ। ਸੁਣ ਕਰਕੇ ਮਾਤਾ ਗੰਗਾ ਜੀ ਨੇ ਅੱਗੋਂ ਸਿੱਖਾਂ ਨੂੰ ਕਿਹਾ। ਕਹਿਣ ਬਣੇ ਤਿਨ ਸਾਥ। ਕਹਿਣ ਲੱਗੇ ਆਪਣਾ ਤਾਂ ਕਹਿਣਾ ਹੀ ਬਣਦਾ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਕਰਾਮਾਤ ਸਾਹਿਬ ਬਲੀ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਰਾਮਾਤ ਦੇ ਬਹੁਤ ਵੱਡੇ ਬਲਵਾਨ ਬਲੀ ਨੇ। ਅਪਰਨਾ ਬਸ ਕੀ ਗਾਥ। ਹੋਰ ਸਾਡੇ ਵੱਸ ਦੀ ਕੋਈ ਗੱਲ ਨਹੀਂ। ਸੋ ਮੈਂ ਬੋਜਨ ਕਰ ਭਲੇ। ਮੈਂ ਚੰਗੀ ਤਰ੍ਹਾਂ ਪੁੱਛ ਕਰਕੇ ਮ੍ਰਿਦੁਤਾ ਜੋਤ ਸਮਝਾਏ। ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਝਾਵਾਂਗੇ। ਬਰਜੋਂ ਬਰਜੈ ਜੇ ਰਹੇ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਧਾਰਨ ਤੋਂ ਰੋਕਾਂਗੇ ਜੇ ਰੋਕੇ ਰਹੇ। ਪਰ ਜੇ ਮਨ ਮੈਂ ਆਏ। ਭਲਾ ਜੇ ਮਨ ਵਿੱਚ ਚੰਗੀ ਗੱਲ ਆ ਜਾਵੇ। ਸੁਨ ਮਸੰਦ ਠਾਂਡੇ ਭਏ। ਸੁਣ ਕਰਕੇ ਮਸੰਦ ਸਾਵਧਾਨ ਹੋਏ। ਮਸਤਕ ਟੇਕ ਸੁਧਾਈ। ਮਾਤਾ ਗੰਗਾ ਜੀ ਨੂੰ ਮੱਥਾ ਟੇਕ ਕੇ ਚਲੇ ਗਏ। ਸ੍ਰੀ ਗੰਗਾ ਚਿਤਵਤ ਗੁਰਨਾ। ਮਾਤਾ ਗੰਗਾ ਜੀ ਸਤਿਗੁਰਾਂ ਨੂੰ ਚੇਤੇ ਕਰਦੇ ਦ੍ਰਿਗ ਜਲ ਝਲਕਿਓ ਆਏ। ਤੇ ਨੇਤਰਾਂ ਵਿੱਚ ਸੰਗਤ ਜੀ ਮਾਤਾ ਜੀ ਦੇ ਵੈਰਾਗ ਦਾ ਜਲ ਆ ਗਿਆ। ਇੱਥੇ ਇਹ ਇਤਿਹਾਸ ਸੰਪੂਰਨ ਹੋਇਆ ਹੈ। ਔਰ ਜਿਵੇਂ ਅਗਲੇ ਇਤਿਹਾਸ ਵਿੱਚ ਸਤਿਗੁਰੂ ਜੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਨਗੇ ਔਰ ਪਹਿਲੀ ਇੱਟ ਗੁਰੂ ਸਾਹਿਬ ਜੀ ਆਪਣੇ ਹੱਥਾਂ ਨਾਲ ਰੱਖਣਗੇ
ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਉਸਾਰੀ ਕਰਨਗੇ। ਤੇ ਸੰਗਤ ਜੀ ਹਾੜ ਸੁਦੀ ਦਸਵੀਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੇ ਸੁਭਾਏਮਾਨ ਹੋ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨਗੇ। ਉਹ ਦਿਹਾੜਾ 9 ਜੁਲਾਈ ਨੂੰ ਆ ਰਿਹਾ ਹੈ। ਸਤਿਗੁਰੂ ਦੀ ਕਿਰਪਾ ਨਾਲ ਆਪਾਂ ਸਾਰਿਆਂ ਨੇ ਬੜੀ ਚੜ੍ਹਦੀ ਕਲਾ ਵਿੱਚ ਮਨਾਉਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਆਪ ਵੀ ਸ਼ਸਤਰਧਾਰੀ ਹੋਏ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਪਰ ਜਿਹੜੇ ਮੇਰੇ ਵਰਗੇ ਕੜਾਹ ਛਕਣ ਵਾਲੇ ਸੀ ਨਾ ਜੀ, ਉਹਨਾਂ ਨੂੰ ਪਿੱਸੂ ਪੈ ਗਏ ਵੀ ਹੁਣ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾਨਾਂ ਫੜਾ ਕੇ ਗਾੜੀ ਕਰ ਦੇਣਾ ਵੈਰੀਆਂ ਦੇ, ਹੁਣ ਕੀ ਬਣੂਗਾ, ਕਿਵੇਂ ਗੱਲ ਬਣੂਗੀ। ਸੰਗਤ ਜੀ ਉਹਨਾਂ ਨੇ ਭੱਜ ਕੇ ਮਾਤਾ ਜੀ ਦਾ ਓਟ ਆਸਰਾ ਲਿਆ। ਮਾਤਾ ਜੀ ਨੇ ਕਿਹਾ ਕੋਈ ਨਹੀਂ ਸਮਝਾਵਾਂਗੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇ ਸਮਝ ਗਿਆ ਤਾਂ ਇੱਥੇ ਇਤਿਹਾਸ ਦੀ ਸਮਾਪਤੀ ਹੈ। ਅੱਗੇ ਜਿਵੇਂ ਅਕਾਲ ਤਖਤ ਸਾਹਿਬ ਜੀ ਸਤਿਗੁਰੂ ਰਚਨਾ ਕਰਨਗੇ, ਉਹ ਆਪਾਂ ਕੱਲ ਦੇ ਇਤਿਹਾਸ ਵਿੱਚ ਸਾਰੀ ਵਿਚਾਰ ਸਰਵਣ ਕਰਾਂਗੇ। ਸਤਿਗੁਰੂ ਜੀ ਦਾ, ਆਪ ਸੰਗਤਾਂ ਦਾ, ਸੰਗਤ ਜੀ ਸਮੁੱਚੇ ਪ੍ਰਬੰਧ ਦਾ, ਦਰਬਾਰ ਸਾਹਿਬ ਜੀ ਦੇ ਮੈਨੇਜਰ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਅਤੇ ਹੋਰ ਸਾਰੇ ਗੁਰਮੁਖਾਂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸੋ ਇਸੇ ਤਰ੍ਹਾਂ ਹੀ ਇੱਥੇ ਜੋ ਸਭਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਸ਼ਨਾਨ ਸੇਵਾ ਵਾਲੇ ਪ੍ਰੇਮੀ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਸੁਨ ਮਸੰਦ ਠਾਂਡੇ ਭਏ ਮਸਤਕ ਟੇਕ ਸਦਾਏ, ਸ੍ਰੀ ਗੰਗਾ ਚਿਤਵਤ ਗੁਰਨ ਦ੍ਰਿਗ ਜਲ ਝਲਕਿਓ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।